ਲਿਫਾਫਿਆਂ ਚੋਂ ਨਿਕਲੇ ਹੋਏ ਪ੍ਰਧਾਨ ਕਦੇ ਵੀ ਕੌਮ ਦਾ ਭਲਾ ਨਹੀਂ ਕਰ ਸਕਦੇ। ਇਹ ਗੱਲ ਸੱਚੀ ਆ, ਪਰ ਇਸ ਵਾਰ ਵੀ ਲਿਫਾਫੇ ਚੋਂ ਪ੍ਰਧਾਨ ਨਿਕਲਿਆ। ਬੀਬੀ ਦਾ ਜੀ ਮੁੱਛਾਂ ਮੁੰਦੀ ਆ, ਮੈਨੂੰ ਇਹ ਸ਼ਰਮ ਚ ਗੱਲਾਂ ਕਹਿਣੀਆਂ ਪੈਣੀਆਂ, ਮੈਨੂੰ ਕਹਿਣੀਆਂ ਨਹੀਂ ਚਾਹੀਦੀਆਂ ਇਹ ਗੱਲਾਂ। ਕਦੇ ਤੁਸੀਂ ਅੱਜ ਤੱਕ ਪ੍ਰਧਾਨ ਨੂੰ ਆਪਦੇ ਨੂੰ ਇਹ ਗੱਲ ਨਹੀਂ ਕਹੀ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕਲ ਗੁਰਦੁਆਰਾ ਸਾਹਿਬਾਨ ਆ ਉਹਨਾਂ ਦੇ ਵਜ਼ੀਰਾਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਆ। ਗ੍ਰਾਂਤੀ ਸਿੰਘ ਨੇ, ਪ੍ਰਚਾਰਕ ਨੇ ਜਿਹੜੇ ਦਿਹਾੜੀਆਂ ਕਰਨ ਨੂੰ ਮਜਬੂਰ ਆ, ਕਦੇ ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ ਮਲੂਕਾ ਸਾਹਿਬ। ਆਪਣੇ ਗੁਰਦੁਆਰੇ ਲੋਕਾਂ ਦੇ ਬਣਾਏ ਹੋਏ ਆ ਜਾਂ ਸੰਸਥਾਵਾਂ ਦੇ ਆ ਜਾਂ ਜਥੇਬੰਦੀਆਂ ਦੇ ਆ ਜਾਂ ਭਾਈਚਾਰੇ ਦੇ ਆ, ਉਹਨਾਂ ਦਾ ਹੁਣ ਸਾਡੇ ਕੋਲ ਇਲਾਜ ਕੋਈ ਨਹੀਂ ਹੈਗਾ। ਤੁਸੀਂ ਸਭ ਤੋਂ ਵੱਧ ਸਟੈਂਡ ਲਿਆ ਆਪਣੀ ਪਾਰਟੀ ਦਾ ਵੀ ਅਸੀਂ ਸੌਹਾਂ ਖਾਂਦੇ ਆ ਜੀ, ਅਸੀਂ ਇਹੋ ਜੀ ਗੱਲ ਵੀ ਕੀਤੀ ਹੋਵੇ, ਪਰ ਤੁਸੀਂ ਗੁਰੂ ਨੂੰ ਵੀ ਭੁੱਲ ਗਏ, ਪੰਥ ਨੂੰ ਵੀ ਤੁਸੀਂ ਭੁੱਲ ਗਏ, ਸੌਦਾ ਸਾਹਿਬ ਨੂੰ ਮਾਫੀ ਦਵਾਤੀ, ਸਾਰਾ ਕੁਝ ਭੁੱਲ ਗਏ। ਫਿਰ ਤੂੰ ਤਿਆਰ ਰਹਿ, ਤੈਨੂੰ ਕੋਰਟ ਕਚਹਿਰੀਆਂ 'ਚ ਮੈਂ ਖਿੱਚੂਗਾ। ਤੂੰ ਏਡੀ ਵੱਡੀ ਝੂਠੀ ਦੋਸ਼ ਲਾਇਆ, ਤੇਰੇ ਤੇ ਮੈਂ ਹਰਜਾਨੇ ਦਾ ਵੀ, ਇੱਜ਼ਤ ਹੱਤਕ ਦਾ ਵੀ ਕੇਸ ਕਰੂੰਗਾ। ਜਿੰਨਾ ਕੁ ਪੰਜਾਬ ਸਰਕਾਰ ਦਾ ਬਜਟ ਹੁੰਦਾ ਉਨਾ ਹੀ ਬਜਟ ਸ਼੍ਰੋਮਣੀ ਕਮੇਟੀ ਦਾ, ਪਰ ਅੱਜ ਤੱਕ ਪ੍ਰਚਾਰ ਵਾਸਤੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਨਹੀਂ ਬਣਾ ਸਕੀ, ਕੇਵਲ ਪੀਟੀਸੀ ਪੰਜਾਬੀ ਹੀ ਕਿਉਂ। ਤੇ ਸਾਡੇ ਕੋਲ ਆਮਦਨ ਤਾਂ ਮੱਥਾ ਟਿਕਾਈ ਦੀ ਹੈ ਜ਼ਿਆਦੇ, ਹੋਰ ਕੋਈ ਬਹੁਤੀ ਆਮਦਨ ਕਿਤੋਂ ਨਹੀਂ ਹੈਗੀ। ਜਿਹੜੇ ਬਾਕੀ ਗੁਰਦੁਆਰੇ ਉਹ ਤਾਂ ਆਪਣੇ ਕੋਲ ਹੀ ਰੱਖਦੇ ਆਮਦਨ, ਉੱਥੇ ਤਾਂ ਦਸਵੰਧ ਹੀ ਜਾਂਦਾ ਇਕੱਲਾ ਜੀ। ਸਤਿ ਸ਼੍ਰੀ ਅਕਾਲ ਜੀ, ਜਸਕਰਨ ਸਿੰਘ ਮਲੂਕਾ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਰੌਲਾ ਪੈਂਦਾ ਤੇ ਬੀਬੀ ਜਗੀਰ ਕੌਰ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ, ਪਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਜਿਹੜਾ ਉਹ ਵੀ ਚੁਣ ਲਿਆ ਗਿਆ। ਕਹਿੰਦੇ ਕਿ ਲਿਫਾਫਿਆਂ ਚੋਂ ਨਿਕਲੇ ਹੋਏ ਪ੍ਰਧਾਨ ਕਦੇ ਵੀ ਕੌਮ ਦਾ ਭਲਾ ਨਹੀਂ ਕਰ ਸਕਦੇ। ਇਹ ਗੱਲ ਸੱਚੀ ਆ, ਪਰ ਇਸ ਵਾਰ ਵੀ ਲਿਫਾਫੇ ਚੋਂ ਪ੍ਰਧਾਨ ਨਿਕਲਿਆ ਜਾਂ ਫਿਰ ਵੋਟਾਂ ਪਾ ਕੇ। ਵੋਟਾਂ ਪਈਆਂ ਜ਼ਰੂਰ ਆ, ਪਰ ਕੀ ਉਹ ਵੋਟਾਂ ਸਹੀ ਤਰੀਕੇ ਨਾਲ ਪਈਆਂ ਜਾਂ ਨਹੀਂ, ਇਸੇ ਵਿਸ਼ੇ ਤੇ ਅੱਜ ਮੈਂ ਗੱਲਬਾਤ ਕਰਾਂਗਾ ਸਰਦਾਰ ਸਿਕੰਦਰ ਸਿੰਘ ਮਲੂਕਾ, ਸ਼੍ਰੋਮਣੀ ਅਕਾਲੀ ਦਲ ਬਾਦਲ। ਮਲੂਕਾ ਸਾਹਿਬ, ਸਵਾਗਤ ਹੈ ਤੁਹਾਡਾ ਜੀ। ਮੇਰੇ ਵੱਲੋਂ ਵੀ ਜੀ ਤੁਹਾਨੂੰ ਜਸਕਰਨ ਜੀ ਆਇਆਂ ਨੂੰ। ਧੰਨਵਾਦ ਤੁਹਾਡਾ, ਤੁਸੀਂ ਆਏ ਆ, ਮੇਰੇ ਪਿੰਡ ਦੇ ਪੱਤਰਕਾਰ ਆ, ਮੈਨੂੰ ਇਹਦੇ ਲਈ ਵੀ ਖੁਸ਼ੀ ਹੈ, ਤੁਹਾਨੂੰ ਵਧਾਈ। ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰ ਰਹੇ ਆ ਤੇ ਅੱਜ ਆਪਾਂ ਨੂੰ ਪਹਿਲੇ ਦਿਨ ਹੀ ਇੰਟਰਵਿਊ ਕਰਨ ਦਾ ਮੌਕਾ ਮਿਲਿਆ, ਉਹਦੇ ਲਈ ਤੁਹਾਨੂੰ ਜੀ ਆਇਆਂ। ਧੰਨਵਾਦ ਜੀ। ਸਭ ਤੋਂ ਪਹਿਲਾ ਸਵਾਲ ਮਲੂਕਾ ਸਾਹਿਬ, ਬੀਬੀ ਜਗੀਰ ਕੌਰ ਨੂੰ ਪਾਰਟੀ ਤੋਂ ਵਿੱਚੋਂ ਕੱਢਣ ਦੇ ਕਾਰਨ ਕੀ ਆ? ਦੇਖੋ, ਪਾਰਟੀ ਦੇ ਵਿੱਚ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਕੱਢਣਾ ਔਖਾ ਹੁੰਦਾ ਹੈ ਜੀ, ਕਿਉਂਕਿ ਪਾਰਟੀ ਦੇ ਵਿੱਚ ਵਰਕਰ ਹੈ ਜਿਹੜੇ ਉਹ ਕੰਮ ਕਰਦੇ ਆ, ਦਿਲੋਂ ਲਾ ਕੇ ਕੰਮ ਕਰਦੇ ਆ, ਪਾਰਟੀ ਵਰਕਰਾਂ ਦੇ ਸਿਰ ਤੇ ਚੱਲਦੀ ਹੈ ਜੀ। ਲੀਡਰਸ਼ਿਪ ਉਹਦੇ ਉੱਤੇ ਹੌਲੀ ਹੌਲੀ ਬਣਦੀ ਹੈ, ਇੱਕਦਮ ਬਣਦੀ ਨਹੀਂ, ਬਹੁਤ ਟਾਈਮ ਲੱਗ ਜਾਂਦਾ, ਲੀਡਰ ਬਣਨ ਦੇ ਉੱਤੇ ਟਾਈਮ ਲੱਗਦਾ ਜੀ। ਮੈਂ ਜਿਵੇਂ ਪਹਿਲਾਂ ਕਿਹਾ ਕਿ ਕੱਢਣ ਵੇਲੇ ਤਾਂ ਵਰਕਰ ਨੂੰ ਵੀ ਦੁੱਖ ਆਉਂਦਾ ਪਾਰਟੀ ਦੇ ਵਿੱਚੋਂ ਜਦੋਂ ਕਿਸੇ ਨੂੰ ਕੱਢਦੇ ਆ, ਤੇ ਲੀਡਰ ਨੂੰ ਕੱਢਣ ਵੇਲੇ ਤਾਂ ਵਾਕਈ ਕਾਫੀ ਤਕਲੀਫ ਹੁੰਦੀ ਹੈ ਪਾਰਟੀ ਨੂੰ, ਲੀਡਰ ਨੂੰ। ਪਰ ਕਈ ਵਾਰੀ ਮਜਬੂਰੀਆਂ ਇਹੋ ਜਿਹੀਆਂ ਬਣ ਜਾਂਦੀਆਂ, ਹੋਰ ਕੋਈ ਚਾਰਾ ਹੀ ਨਹੀਂ ਰਹਿੰਦਾ ਪਾਰਟੀ ਕੋਲੇ ਕਿ ਉਹਨੂੰ ਕੱਢੇ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਜਿਵੇਂ ਬੀਬੀ ਜਗੀਰ ਕੌਰ ਜੀ ਵਾਲੀ ਗੱਲ ਆ ਕਿ ਤੁਹਾਡੇ ਸਾਹਮਣੇ ਆ ਸਾਰੀ ਪਿਕਚਰ, ਹੁਣ ਤਾਂ ਹੋ ਚੁੱਕੀ ਹੈ ਸਾਰੀ ਕਹਾਣੀ। ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਬੀਬੀ ਜੀ ਸਾਡੀ ਗੱਲ ਮੰਨ ਲੈਣ, ਚੋਣ ਤੋਂ ਪਿੱਛੇ ਹਟ ਜਾਣ। ਜਿਹਨੂੰ ਪਾਰਟੀ ਉਮੀਦਵਾਰ ਬਣਾਏਗੀ, ਜੇ ਬੀਬੀ ਜੀ ਨੂੰ ਬਣਾਏਗੀ ਤਾਂ ਬੀਬੀ ਜੀ ਲੜ ਲੈਣ, ਜੇ ਕਿਸੇ ਨੂੰ ਹੋਰ ਬਣਾਏਗੀ ਤਾਂ ਉਹ ਲੜ ਲੇਗਾ। ਇਵੇਂ ਅੱਗੇ ਪਾਰਟੀ ਫੈਸਲਾ ਕਰਦੀ ਹੈ ਸਾਰੀ, ਕਿਉਂਕਿ ਮੈਂਬਰ ਸਾਰੇ ਅਕਾਲੀ ਦਲ ਦੇ ਜਿੱਤੇ ਹੋਏ ਨੇ। ਇਸ ਕਰਕੇ ਬੀਬੀ ਜੀ ਦੀ, ਵੈਸੇ ਤਾਂ ਤੁਸੀਂ ਹੈਰਾਨ ਹੋਵੋਗੇ, ਸਾਨੂੰ ਤਾਂ ਪਤਾ ਸੀਗਾ। ਬੀਬੀ ਜੀ ਜਦੋਂ ਪਿੱਛੇ ਧਾਮੀ ਨੂੰ ਬਣਾਇਆ ਆਪਣਾ ਪ੍ਰਧਾਨ ਸ਼੍ਰੋਮਣੀ ਪਿਛਲੇ ਸਾਲ ਗੁਰਦੁਆਰੇ ਦਾ ਕਮੇਟੀ ਦਾ, ਉਦੋਂ ਤੋਂ ਹੀ ਬੀਬੀ ਜੀ ਲੱਗ ਗਈ ਸੀ ਬਾਹਰ ਗੇਨਿੰਗ ਕਰਨ, ਆਪਣੇ ਵਰਕਰ ਮਿਲਣਾ, ਮੈਂਬਰਾਂ ਨੂੰ ਮਿਲਣ, ਹੋਰ ਗੱਲਾਂ ਬਾਤਾਂ ਕਰਨ। ਉਦੋਂ ਤੋਂ ਇਹਨੇ ਮਨ ਬਣਾ ਲਿਆ ਸੀ ਕਿ ਮੈਂ ਲੜਨਾ ਦੂਜੀ ਵਾਰ। ਉਹਦੀ ਵਿਰੋਧੀ ਪਾਰਟੀਆਂ ਨਾਲ ਸਾਰਿਆਂ ਨਾਲ ਗੜ ਤੱਪੇ ਨੇ ਸ਼ੁਰੂ ਕਰ ਲਈ ਸੀ, ਉਹਦੀ ਇਹ ਮੈਂਬਰਾਂ ਨੂੰ ਮਿਲਣ ਲੱਗ ਗਈ ਸੀ। ਪਤਾ ਤਾਂ ਸਾਨੂੰ ਸੀਗਾ, ਅਸੀਂ ਆਖਿਆ ਸਿਆਣੀ ਆ, ਚਲੋ ਮਿਲ ਲੈਣ ਦੇ, ਮਿਲਣ ਦਾ ਕਿਹੜਾ ਕੋਈ ਡਰ ਹੁੰਦਾ, ਪਾਰਟੀ ਦੀ ਖਾਤਰ ਹੀ ਮਿਲਦੀ ਹੈ, ਮਿਲ ਲੈਣ ਦਿਓ। ਪਰ ਜਦੋਂ ਚੋਣ ਦਾ ਫੈਸਲਾ ਪਾਰਟੀ ਕਰੂਗੀ, ਪਾਰਟੀ ਜਿਹਨੂੰ ਟਿਕਟ ਦੇਊਗੀ ਉਹ ਲੜ ਦੂਗੀ, ਜੇ ਬੀਬੀ ਨੂੰ ਲੜਾਵਾਂਗੇ ਬੀਬੀ ਲੜ ਦੇਗੀ। ਜਦੋਂ ਸਾਲ ਤੋਂ ਬਾਅਦ ਸਾਰੀ ਕਾਰਗੁਜ਼ਾਰੀ ਵੇਖੀ ਗਈ, ਮੈਂਬਰਾਂ ਨੂੰ ਪੁੱਛਿਆ ਗਿਆ, ਮਿਲੇ ਗਏ, ਬਾਹਰ ਗੱਲ ਕੀਤੀ ਗਈ, ਵਿਦੇਸ਼ਾਂ ਦੇ ਵਿੱਚ ਵੀ ਹੋਰ ਸਾਰੇ ਲੋਕਾਂ ਨੇ, ਜਿਹੜਾ ਮੌਜੂਦਾ ਪ੍ਰਧਾਨ ਆ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹਦੀ ਕਾਰਗੁਜ਼ਾਰੀ ਨੂੰ ਸਲਾਹਿਆ ਲੋਕਾਂ ਨੇ ਵੀ ਜੇ ਸ਼ਰੀਫ ਬੰਦਾ, ਨਰਮ ਹੈ, ਨੇਕ ਹੈ, ਸਾਰਿਆਂ ਨੂੰ ਮਿਲਦਾ ਹੈ, ਇਹਨੇ ਖਰਚੇ ਵੀ ਘਟਾਏ ਆ ਸ਼੍ਰੋਮਣੀ ਕਮੇਟੀ ਦੇ, ਵਾਹ ਜਾਤ ਕੋਈ ਗੱਲ ਵੀ ਨਹੀਂ ਕਰਦਾ। ਤੁਸੀਂ ਹੈਰਾਨ ਹੋਵੋਗੇ, ਜਦ ਤਾਂ ਟੌੜਾ ਸਾਹਿਬ ਸੀਗੇ, ਉਦੋਂ ਪਹਿਲਾਂ ਵਾਲਾ ਤਾਂ ਮੈਨੂੰ ਬੜਾ ਪਤਾ ਨਹੀਂ ਹੈਗਾ। ਟੌੜਾ ਸਾਹਿਬ ਵੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਤੇਲ ਨਹੀਂ ਸੀ ਪਾਉਂਦੇ ਹੁੰਦੇ, ਨਾ ਉਹ ਗੱਡੀ ਵਰਤਦੇ ਸੀ ਸ਼੍ਰੋਮਣੀ ਕਮੇਟੀ ਦੀ, ਨਾ ਉਹ ਤੇਲ ਪਾਉਂਦੇ ਹੁੰਦੇ ਸੀ, ਆਪਣੇ ਲੈਵਲ ਤੇ ਹੀ ਕਰਦੇ ਸੀ ਸਾਰਾ ਕੁਛ। ਕਿਵੇਂ ਕਰਦੇ ਸੀ ਕਿਵੇਂ ਨਹੀਂ, ਕੋਈ ਬਹੁਤੇ ਤਕੜੇ ਜ਼ਿਮੀਂਦਾਰ ਵੀ ਨਹੀਂ ਸਨ ਟੌੜਾ ਸਾਹਿਬ, ਕਿਸਾਨ ਪਰਿਵਾਰ ਦੇ ਵਿੱਚੋਂ ਸਨ। ਜਾਂ ਹੁਣ ਇਹ ਧਾਮੀ ਸਾਹਿਬ ਹੈ ਜਿਹੜੇ ਕਿ ਤੇਲ ਤੂਲ ਬਿਲਕੁਲ ਨਹੀਂ ਲੈਂਦੇ ਸ਼੍ਰੋਮਣੀ ਕਮੇਟੀ ਤੋਂ, ਆਪਣੇ ਕੋਲੋਂ ਹੀ ਸਾਰਾ ਕੁਛ ਕਰਦੇ ਨੇ। ਇਹ ਬਹੁਤ ਵੱਡੀ ਗੱਲ ਹੁੰਦੀ ਹੈ, 6-7 ਲੱਖ ਰੁਪਏ ਦਾ ਤੇਲ ਸਾਲ ਦੇ ਵਿੱਚ ਮੱਚਦਾ ਹੈ। ਆਪ ਜੇ ਤਾਂ ਕੋਈ ਬਹੁਤਾ ਅਮੀਰ ਬੰਦਾ ਹੋਵੇ, ਲੈਂਡਲਾਰਡ ਵੱਡਾ, ਉਹਨੂੰ ਤਾਂ ਸੌਖਾ ਹੁੰਦਾ, ਆਮ ਬੰਦਿਆਂ ਵਾਸਤੇ ਬੜਾ ਔਖਾ ਹੁੰਦਾ। ਇਹਦੀ ਕੁੱਲ ਮਿਲਾ ਕੇ ਜਿਹੜੀ ਕਾਰਗੁਜ਼ਾਰੀ, ਮੇਰਾ ਕਹਿਣ ਦਾ ਮਤਲਬ ਕਿ ਬਹੁਤ ਵਧੀਆ ਸੀਗੀ। ਫਿਰ ਫੈਸਲਾ ਕੀਤਾ ਪਾਰਟੀ ਨੇ ਕਿ ਧਾਮੀ ਸਾਹਿਬ ਹੀ ਦੁਬਾਰਾ ਉਮੀਦਵਾਰ ਬਣਾਇਆ ਜਾਵੇ। ਬੀਬੀ ਦੀਆਂ ਜਦੋਂ ਸਰਗਰਮੀਆਂ ਜ਼ਿਆਦਾ ਵਧ ਗਈਆਂ, ਨੇੜੇ ਆ ਗਿਆ ਸਮਾਂ, ਫਿਰ ਅਸੀਂ ਬੀਬੀ ਜੀ ਨੂੰ, ਚੀਮਾ ਸਾਹਿਬ ਨੂੰ ਭੇਜਿਆ ਬੀਬੀ ਜੀ ਕੋਲੇ ਵੀ ਉਹਨੂੰ ਸਮਝਾਓ ਵੀ ਨਾ ਜਾਣ, ਜਿੰਨਾ ਚਿਰ ਪਾਰਟੀ ਦੇ ਕੈਂਡੀਡੇਟ ਦਾ ਫੈਸਲਾ ਨਹੀਂ ਹੁੰਦਾ ਉਹ ਨਾ ਜਾਣ।
ਵੋਟਾਂ ਵਾਟਾਂ ਮੰਗਣ। ਉਹ ਕਹਿੰਦੇ ਵੀ ਮੈਂ ਤਾਂ ਚੋਣ ਲੜੂੰਗੀ, ਚਾਹੇ ਮੈਨੂੰ ਟਿਕਟ ਦਿਓ ਚਾਹੇ ਨਾ ਦਿਓ, ਉਮੀਦਵਾਰ ਬਣਾਓ ਨਾ ਬਣਾਓ, ਮੈਂ ਤਾਂ ਮਨ ਬਣਾ ਲਿਆ, ਮੈਂ ਤਾਂ ਚੋਣ ਲੜਨੀ ਹੈ ਜੀ। ਫਿਰ ਪਾਰਟੀ ਪ੍ਰਧਾਨ ਨੇ ਆਪਣੇ ਘਰੇ ਸੱਦ ਕੇ ਉਹਨਾਂ ਨੂੰ ਕਿਹਾ, ਬੀਬੀ ਜੀ ਚੋਣ ਤੁਸੀਂ ਇਹ ਨਾ ਕਰੋ, ਕੰਮ ਇਹ ਨਹੀਂ ਠੀਕ ਹੈਗਾ, ਤੁਹਾਡੇ ਕੋਲੇ ਪਾਰਟੀ ਉਮੀਦਵਾਰ ਬਣਾਊਗੀ, ਤੁਸੀਂ ਇਹ ਗਲਤ ਕਰ ਰਹੇ ਹੋ ਜੀ। ਤਾਂ ਬੀਬੀ ਜੀ ਕਹਿੰਦੇ ਵੀ ਤੁਸੀਂ ਮੈਨੂੰ ਉਮੀਦਵਾਰ ਬਣਾਓਗੇ ਕਿ ਨਹੀਂ ਬਣਾਓਗੇ। ਫਿਰ ਪ੍ਰਧਾਨ ਜੀ ਨੇ ਸਪਸ਼ਟ ਕਹਿਤਾ ਕਿ ਨਹੀਂ, ਐਤਕੀ ਤੁਹਾਨੂੰ ਵਾਰੀ ਨਹੀਂ ਮਿਲ ਸਕਦੀ, ਪ੍ਰਧਾਨ ਦਾ ਇਹਦਾ ਕੰਮਕਾਰ ਆ ਜਿਹੜਾ ਉਹ ਠੀਕ ਹੈ, ਸਾਰੀ ਪਾਰਟੀ ਦੇ ਕੰਮਕਾਰ ਤੇ ਖੁਸ਼ ਹੈ, ਲੋਕ ਖੁਸ਼ ਹੈ, ਸੰਗਤ ਖੁਸ਼ ਹੈ, ਇਸ ਕਰਕੇ ਇਹਨਾਂ ਨੂੰ ਦੁਬਾਰਾ ਮੌਕਾ ਦੇਵਾਂਗੇ ਤੇ ਹੁਣ ਉਹ ਨਹੀਂ ਮਿਲਣਾ, ਅੱਗੇ ਨੂੰ ਵੇਖ ਲਾਂਗੇ ਜੀ। ਕਹਿੰਦੀ ਨਹੀਂ ਮੈਂ ਤਾਂ ਲੜਨਾ ਚੋਣ, ਤੁਸੀਂ ਮੇਰੇ ਤੇ ਫੈਸਲਾ ਕਰੋ ਜੀ। ਤਾਂ ਪ੍ਰਧਾਨ ਜੀ ਨੇ ਸਾਫ਼ ਨਾ ਕਰਤੀ ਵੀ ਨਹੀਂ। ਫਿਰ ਉਹ ਕਹੇਗੀ ਵੀ ਜੀ ਮੈਂ ਤਾਂ ਲੜੂੰਗੀ, ਚਾਹੇ ਮੈਨੂੰ ਇੱਕ ਵੋਟ ਪਵੇ, ਮੈਂ ਤਾਂ ਲੜੂੰਗੀ ਜੀ। ਕਿਉਂਕਿ ਕਾਫੀ ਉਹਦੇ ਮਨ ਤੇ ਸੀ ਕਿ ਮੈਨੂੰ ਜਿਹੜੇ ਲੋਕਾਂ ਨੇ ਮੈਨੂੰ ਹਾਂ ਆਖੀ ਹੈ ਮੈਨੂੰ ਸਾਰੇ ਵੋਟਾਂ ਪਾਉਣਗੇ। ਹਾਂ ਤਾਂ ਲੋਕਾਂ ਦਾ ਇਹ ਹੁੰਦਾ ਜੀ, ਕਿਸੇ ਕੋਲੇ ਜਾਵੜੋ ਨਾ ਤਾਂ ਕੋਈ ਕਹਿੰਦਾ ਹੀ ਨਹੀਂ ਹੈਗਾ, ਨਾ ਵਿਦਨ ਪਾਰਟੀ ਕੌਣ ਨਾ ਕਹਿੰਦਾ, ਅਗਲਾ ਤਾਂ ਕੋਈ ਨਹੀਂ, ਪਾ ਦਿਆਂਗੇ, ਵੇਖੀ ਜਾਓ ਜਦੋਂ ਪਾਉਣ ਦਾ ਵੇਲਾ ਆਏਗਾ ਜੀ। ਫਿਰ ਜਦੋਂ ਪ੍ਰਧਾਨ ਜੀ ਨੇ ਫਿਰ ਸਾਰੀ ਗੱਲ ਪਾਰਟੀ ਦੇ ਵਿੱਚ ਰੱਖੀ ਵੀ ਬੀਬੀ ਜੀ ਐਂ ਕਹਿੰਦੇ, ਮੈਂ ਉਹਨਾਂ ਨੂੰ ਨਾ ਕਰਤੀ ਹੈ, ਪਰ ਉਹ ਕਹਿੰਦੇ ਮੈਂ ਤਾਂ ਚੋਣ ਲੜੂੰਗੀ, ਕਿਵੇਂ ਕਰੀਏ ਜੀ। ਫਿਰ ਸਾਰੀ ਪਾਰਟੀ ਨੇ ਫਿਰ ਸੋਚਿਆ ਵੀ ਨਹੀਂ, ਆਪਾਂ 2 ਬੰਦਿਆਂ ਦੀ ਹੋਰ ਡਿਊਟੀ ਲਾਓ ਸੀਨੀਅਰ ਦੀ, ਵੀ ਬੀਬੀ ਜੀ ਨੂੰ ਫਿਰ ਸਮਝਾ ਕੇ ਆਉਣ ਕਿ ਨਾ ਚੋਣ ਲੜਨ ਜੀ। ਤਾਂ ਫਿਰ ਸਰਦਾਰ ਸੁਰਜੀਤ ਸਿੰਘ ਰਖੜਾ ਤੇ ਸਰਦਾਰ ਦਲਜੀਤ ਸਿੰਘ ਚੀਮਾ, ਫਿਰ ਇਹਨਾਂ ਦੀ ਡਿਊਟੀ ਲਾਈ ਗਈ ਜੀ। ਵੀ ਇਹਨਾਂ ਨੂੰ ਭੇਜਿਆ ਵੀ ਜਾਓ, 3 ਘੰਟੇ ਹੋ ਰਹੇ ਬੀਬੀ ਜੀ ਕੋਲੇ, 3 ਘੰਟੇ ਬਹੁਤ ਡੂੰਘਾਈ ਨਾਲ ਗੱਲਬਾਤ ਹੋਈ। ਉਹਨਾਂ ਨੇ ਇੱਥੋਂ ਤੱਕ ਵਾਅਦਾ ਕਰ ਲਿਆ ਸੀ ਕਿ ਬੀਬੀ ਜੀ ਮੈਂ ਤੁਹਾਡੇ ਨਾਲ ਅਸੀਂ ਵਾਅਦਾ ਕਰਦੇ ਹਾਂ ਕਿ ਅਗਲੀ ਵਾਰ ਤੁਹਾਨੂੰ ਲੜਾ ਦਿਆਂਗੇ, ਐਰਕੀ ਤੁਸੀਂ ਨਾ ਲੜੋ, ਐਰਕੀ ਫੈਸਲਾ ਪਾਰਟੀ ਦਾ ਧਾਮੀ ਨੂੰ ਹੀ ਲੜਾਉਣ ਦਾ ਜੀ। ਤਾਂ ਉਹਨਾਂ ਨੂੰ ਵੀ ਉਹਨਾਂ ਨੇ ਕੋਰੀ ਨਾ ਕਰਤੀ ਵੀ ਮੈਂ ਤਾਂ ਚੋਣ ਜੋ ਮਰਜ਼ੀ ਹੋਵੇ, ਮੇਰੇ ਤਾਂ ਬੱਚੇ ਵੀ ਕਹਿ ਦੇਣ ਮੈਂ ਤਾਂ ਵੀ ਲੜੂੰਗੀ, ਇਹਨਾਂ ਨੂੰ ਵੀ ਅੱਡ ਕਰ ਦੂੰਗੀ, ਮੈਂ ਤਾਂ ਚੋਣ ਲੜੂੰਗੀ ਜੀ। 1-2 ਗੱਲਾਂ ਕਹੀਆਂ, ਚਲੋ ਉਦੋਂ ਬਾਅਦ ਬੀਬੀ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਤੁਸੀਂ ਕਿਉਂ ਚੋਣ ਲੜਦੇ ਨਹੀਂ ਹੋ, ਤੁਸੀਂ ਮੈਨੂੰ ਪੁੱਛਣਾ ਜੀ ਜੀ। ਤਾਂ ਬੀਬੀ ਜੀ ਦੀ ਬੜੀ ਹਾਸੋਹੀਣੀ ਪ੍ਰੈਸ ਕਾਨਫਰੰਸ ਜੀ। ਕਹਿੰਦੀ ਜੀ ਇੱਕ ਤਾਂ ਮੈਂ ਪਾਰਲੀਮੈਂਟ ਦੀ ਚੋਣ ਲੜੀ, ਮੈਂ ਉਦੋਂ ਕਰਜ਼ਾਈ ਹੋ ਗਈ ਜੀ, ਮੈਂ ਤਾਂ ਕਰਜ਼ਾਈ ਹਾਂ ਜੀ, ਇਹ ਨਹੀਂ ਚੰਗੀ ਲੱਗਦੀ, ਪ੍ਰਧਾਨ ਜੀ ਨੇ ਚੋਣ ਲੜਨੀ ਸ਼੍ਰੋਮਣੀ ਕਮੇਟੀ ਦੀ, ਉਹਦੇ ਵਾਸਤੇ ਇਹ ਗੱਲ ਕਹਿਣੀ ਚੰਗੀ ਨਹੀਂ ਲੱਗਦੀ। ਦੂਜੀ ਗੱਲ ਉਹਨਾਂ ਨੇ ਕਹਿਤੀ ਕਿ ਜੀ ਮੇਰਾ ਕਿਹੜਾ ਕੋਈ ਬਿਜ਼ਨਸ ਚੱਲਦਾ, ਮੈਂ ਤਾਂ ਵਿਹਲੀ ਹਾਂ, ਮੇਰਾ ਕੋਈ ਬਿਜ਼ਨਸ ਤਾਂ ਹੈ ਨਹੀਂ, ਮੈਂ ਤਾਂ ਫਿਰ ਕੀ ਕਰਾਂ। ਤੀਜੀ ਗੱਲ ਸੀ ਕਿ ਮੈਂ ਸੇਵਾ ਕਰਨੀ ਹੈ। ਜਿਹੜੀ ਪਹਿਲੀਆਂ 2 ਗੱਲਾਂ ਤਾਂ ਵੈਸੇ ਹੀ ਨਹੀਂ ਚੰਗੀਆਂ ਲੱਗਦੀਆਂ, ਜਿਹੜਾ ਪਾਰਟੀ ਦੇ ਪ੍ਰਧਾਨ ਦਾ ਕੈਂਡੀਡੇਟ ਆ ਉਹਨਾਂ ਨੂੰ ਇਹ ਗੱਲ ਪ੍ਰੈਸ ਦੇ ਵਿੱਚ ਕਰਨੀ ਜਾ ਕੇ ਜੀ। ਤੀਜੀ ਗੱਲ ਜਿਹੜੀ ਸੇਵਾ ਦੀ ਗੱਲ ਆ, ਉਹ ਕੋਈ ਜ਼ਰੂਰੀ ਨਹੀਂ ਕਿ ਸੇਵਾ ਪ੍ਰਧਾਨ ਬਣ ਕੇ ਕੀਤੀ ਜਾ ਸਕਦੀ ਹੈ। ਪ੍ਰਧਾਨ ਤਾਂ ਇੱਕ ਪ੍ਰਬੰਧਕ ਹੁੰਦਾ ਉਸ ਸਿਸਟਮ ਦਾ, ਸਾਰੇ ਦਾ ਮੁਖੀ ਹੈ ਪ੍ਰਬੰਧ ਦਾ, ਤੇ ਸੇਵਾ ਤਾਂ ਸਾਰੇ ਹੀ ਕਰਦੇ। ਫਿਰ ਮੈਂਬਰ ਤਾਂ 180 ਹੈ, 85 185 ਮੈਂਬਰ, ਫਿਰ ਉਹ ਸਾਰੇ ਬਾਕੀ ਨਹੀਂ ਸੇਵਾ ਕਰਦੇ ਹੈਗੇ। ਸੇਵਾ ਤਾਂ ਸਾਰੇ ਹੀ ਕਰਦੇ ਆ, ਮੈਂਬਰ ਵੀ ਕਰਦੇ ਆ, ਸੇਵਾਦਾਰ ਵੀ ਕਰਦੇ ਆ, ਬਲਕਿ ਜਿਹੜੀ ਸੰਗਤ ਜਾਂਦੀ ਉਹ ਜ਼ਿਆਦਾ ਸੇਵਾ ਕਰਦੀ ਹੈ। ਸੇਵਾ ਤਾਂ ਕੋਈ ਰੋਕਦਾ ਨਹੀਂ, ਜਿਹੜਾ ਮਰਜ਼ੀ ਕਰ ਲਓ, ਸੇਵਾ ਦੇ ਕਿਹੜਾ ਬੰਦੀ ਲੱਗੀ ਹੈ ਕੋਈ ਵੀ, ਇਹ ਜ਼ਰੂਰੀ ਤਾਂ ਨਹੀਂ ਪ੍ਰਧਾਨ ਬਣ ਕੇ ਸੇਵਾ ਕਰਨੀ ਹੈ। ਸੋ ਇਸ ਗੱਲ ਤੇ ਉਹ ਬਜਿੱਦ ਹੋ ਗਏ। ਫਿਰ ਪਾਰਟੀ ਦੀ ਮੀਟਿੰਗ ਸੱਦੀ ਗਈ ਵੀ ਕੀ ਕੀਤਾ ਜਾਵੇ, ਸੋਚ ਵਿਚਾਰ ਕੇ ਫਿਰ ਪਾਰਟੀ ਨੇ ਕਿਹਾ ਹੁਣ ਵੇਲਾ ਆ ਗਿਆ ਕਿ ਬੀਬੀ ਜੀ ਨਹੀਂ ਮੰਨਦੇ ਤਾਂ ਹੁਣ ਇਹਦੇ ਖਿਲਾਫ ਐਕਸ਼ਨ ਲਿਆ ਜਾਵੇ, ਕਾਰਵਾਈ ਕੀਤੀ ਜਾਵੇ। ਫਿਰ ਉਹਨਾਂ ਨੇ ਡਿਸਪਲਿਨਰੀ ਕਮੇਟੀ ਨੂੰ ਕਿਹਾ, ਲਿਖ ਕੇ ਦਿੱਤਾ ਸਾਨੂੰ, ਜਿਹੜੇ 2 ਮੈਂਬਰ ਗਏ ਸੀ ਚੀਮਾ ਸਾਹਿਬ ਤੇ ਰਖੜਾ ਸਾਹਿਬ, ਉਹਨਾਂ ਵੱਲੋਂ ਪ੍ਰਧਾਨ ਜੀ ਨੇ ਵੀ ਆਪਣੀ ਸਾਰੀ ਕਹਾਣੀ ਦੱਸੀ। ਫਿਰ ਅਸੀਂ ਸਾਡੇ ਕੋਲ ਇਹ ਸੀ ਕਿ ਹੁਣ ਇਹ ਦੁਵਿਧਾ 'ਚ ਪੈ ਗਏ ਮੈਂਬਰਾਂ ਨੂੰ। ਉਹ ਕਹਿਣ ਲੱਗ ਗਏ ਸੀ ਤੁਸੀਂ ਬੇਫਿਕਰ ਹੋ ਜਾਓ, ਅਖੀਰ ਨਾ ਤਾਂ ਮੇਰਾ ਹੀ ਪਾਰਟੀ ਨੇ ਮੇਰਾ ਹੀ ਲੈਣਾ ਨਾ ਤਾਂ, ਇਸ ਕਰਕੇ ਹੁਣੇ ਮੇਰੇ ਨਾਲ ਆ ਜਾਓ, ਫਿਰ ਜੋ ਮਗਰੋਂ ਜੋ ਆਉਂਗੇ ਤੇ ਹੁਣੇ ਆ ਜਾਓ ਮੇਰੇ ਨਾਲ। ਉਹ ਦੁਵਿਧਾ ਨੂੰ ਕੱਢਣ ਦੀ ਖਾਤਰ, ਉਹ ਤੋਂ ਵਿੱਚੋਂ ਮੈਂਬਰਾਂ ਨੂੰ ਸਹੀ ਪੋਜੀਸ਼ਨ ਦੱਸਣ ਦੀ ਖਾਤਰ, ਕਿਉਂਕਿ ਸਮਾਂ ਬੜਾ ਥੋੜਾ ਰਹਿ ਗਿਆ ਸੀ, ਫਿਰ ਸਾਨੂੰ ਮਜਬੂਰਨ ਬੀਬੀ ਜੀ ਨੂੰ ਸਸਪੈਂਡ ਕਰਨਾ ਪਿਆ ਕਿ ਹੋਰ ਕੋਈ ਚਾਰਾ ਹੀ ਨਹੀਂ ਸੀ ਸਾਡੇ ਕੋਲੇ ਸਸਪੈਂਡ ਨਾ ਕਰਨ ਦਾ। ਸਸਪੈਂਸ਼ਨ ਕੋਈ ਸਜ਼ਾ ਨਹੀਂ ਹੁੰਦੀ ਜੀ। ਗੌਰਮੈਂਟ ਦੇ ਬੜੀ ਛੇਤੀ ਕਈ ਬੰਦੇ ਕਈ ਵਾਰੀ ਸਸਪੈਂਡ ਹੁੰਦੇ ਨੇ, ਫਿਰ ਬਹਾਲ ਹੋ ਜਾਂਦੇ ਨੇ। ਕੋਰਟਾਂ ਨੇ ਵੀ ਕਿਹਾ ਕਿ ਸਸਪੈਂਸ਼ਨ ਕੋਈ ਸਜ਼ਾ ਨਹੀਂ, ਡਰਾਵਾ ਹੈ ਜੀ। ਉਹ ਅਸੀਂ ਸਸਪੈਂਸ਼ਨ ਕਰਕੇ ਉਹਨਾਂ ਨੂੰ ਸਮਾਂ ਦਿੱਤਾ ਕਿ ਤੁਸੀਂ 48 ਘੰਟਿਆਂ 'ਚ ਸਾਨੂੰ ਜਵਾਬ ਦਿਓ ਆਪਦਾ ਵੀ ਤੁਸੀਂ ਕਿਉਂ ਕਰ ਰਹੇ ਹੋ ਜੀ। ਤਾਂ ਉਹਨਾਂ ਨੇ 48 ਘੰਟਿਆਂ 'ਚ ਪਹਿਲਾਂ ਤਾਂ ਪ੍ਰੈਸ ਕੋਲੇ ਕਹਿ ਦਿੱਤਾ ਵੀ ਮੈਂ ਕੋਈ ਜਵਾਬ ਦੇਣਾ ਹੀ ਨਹੀਂ ਹੈਗਾ। ਜਦੋਂ 48 ਘੰਟੇ ਬੀਤ ਕੇ ਸਾਡੀ ਮੀਟਿੰਗ ਹੋਈ ਇਹਦੇ 'ਤੇ ਅਸੀਂ ਕੀਤੀ ਸਾਰਿਆਂ ਨੇ ਜਿਹੜੀ, ਉਹਦੇ 'ਤੇ ਅਸੀਂ ਫਿਰ ਸੋਚਿਆ ਵੀ ਕੋਈ ਕਾਹਲੀ ਨਾ ਕਰੀਏ, ਇੱਕ ਮੌਕਾ ਬੀਬੀ ਜੀ ਨੂੰ ਹੋਰ ਦੇ ਦਈਏ, ਕੋਈ ਫਰਕ ਨਹੀਂ ਪੈਂਦਾ, ਆਪਣੇ ਨਾਲ ਆਪਣੀ ਸਾਥੀ ਰਹੀ ਆ, ਵੀ ਆਪਾਂ ਇੱਕ ਮੌਕਾ ਹੋਰ ਦੇ ਦਈਏ, ਚੱਲ ਸ਼ਾਇਦ ਕੋਈ ਪ੍ਰਮਾਤਮਾ ਮਿਹਰ ਕਰੇ। ਅਸੀਂ ਉਹਨਾਂ ਨੂੰ ਫਿਰ ਸਮਾਂ ਦਿੱਤਾ, ਹੋਰ ਕੋਈ 40 ਘੰਟਿਆਂ ਦਾ ਸਮਾਂ, ਅਗਲੇ ਦਿਨ ਦੇ 12 ਵਜੇ ਤੱਕ ਦਾ ਫਿਰ ਸਮਾਂ ਦਿੱਤਾ, ਤੀਜੇ ਦਿਨ ਦਾ। ਚਲੋ ਸ਼ਾਮ ਨੂੰ ਜਦੋਂ ਸਾਡੀ ਮੀਟਿੰਗ ਕੋਈ 7:30 ਹੋਈ ਸੀ ਸ਼ਾਮ ਨੂੰ, ਉਦੋਂ ਬਾਅਦ ਮੈਨੂੰ ਸਾਡੇ ਪੀਏ ਨੂੰ ਉਹਦਾ ਫੋਨ ਆਇਆ, ਉਹਦੇ ਪੀਏ ਦਾ, ਵੀ ਅਸੀਂ ਜਵਾਬ ਦੇਣਾ ਹੈ ਅਤੇ ਮੇਲ ਦਿਓ ਸਾਨੂੰ ਆਪਦੀ। ਮੈਂ ਕਿਹਾ ਵੀ ਦੇ ਮੇਲ ਦੇਤੀ ਜੀ। ਉਹਨਾਂ ਨੇ ਮੇਰੇ ਵਟਸਐਪ 'ਤੇ ਵੀ ਕਰਤਾ, ਮੇਲ ਵੀ ਕਰਤੀ, ਕੋਈ 8:30 ਸਵਾ 8 ਦੇ ਲਗਭਗ ਉਹ ਸਾਨੂੰ ਜਵਾਬ ਦੇਤਾ ਉਹਨਾਂ ਨੇ। ਪਾਰਟੀ ਦਫ਼ਤਰ ਵੀ ਭੇਜਤਾ ਅਤੇ ਸਾਨੂੰ ਵੀ ਦੇਤਾ। ਉਹ ਲੇਟ ਹੋ ਗਏ ਸੀ ਕਿਉਂਕਿ ਮੀਟਿੰਗ ਤਾਂ ਉਦੋਂ ਪਹਿਲਾਂ ਸਾਡੀ ਹੋ ਗਈ ਸੀਗੀ, ਜਿਹੜੀ ਉਸ ਤੱਕ ਦੀ ਜਿਹੜੀ ਸੀਗੀ।
ਤੇ ਫਿਰ ਅਸੀਂ ਚਲੋ ਤਾਂ ਜਦੋਂ ਜਵਾਬ ਆ ਗਿਆ, ਕਿ ਜਵਾਬ ਦੇ ਵਿੱਚ ਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇੱਕ ਦੋ ਗੱਲਾਂ ਇਹੋ ਜਿਹੀਆਂ ਕਹੀਆਂ ਸੀ ਕਿ ਜੇ ਮੈਨੂੰ ਸੁਣਿਆ ਨਹੀਂ ਗਿਆ ਜੀ, ਵੀ ਮੈਨੂੰ ਸੁਣਨਾ ਚਾਹੀਦਾ ਸੀ, ਕਾਹਲੀ ਕੀਤੀ ਇਹਨਾਂ ਨੇ। ਚਲੋ ਅਸੀਂ ਫਿਰ ਇਸ ਗੱਲ ਦੇ ਵਿੱਚ ਤੇ ਆਖਿਆ ਵੀ ਇਹ ਵੀ ਬੀਬੀ ਜੀ ਨੂੰ ਆਪਾਂ ਸਮਾਂ ਵੀ ਦੇ ਦਿੰਦੇ ਹਾਂ, ਆਪਾਂ ਨੂੰ ਕੀ ਫਰਕ ਪੈਂਦਾ, ਆਪਾਂ ਮੌਕਾ ਦੇ ਦਿੰਦੇ ਹਾਂ, ਆਪਾਂ ਨੂੰ ਇਹਦੇ ਨਾਲ ਕੀ ਫਰਕ ਪੈਂਦਾ। ਅਸੀਂ ਫਿਰ ਮੀਟਿੰਗ ਕਰਕੇ ਇੱਕ ਫਿਰ ਸੋਚਿਆ ਕਿ ਅਸੀਂ ਇੱਥੇ ਪਿੰਡ ਹੀ ਮੀਟਿੰਗ ਕੀਤੀ ਆਪਣੇ, ਵੀ ਬੀਬੀ ਜੀ ਨੂੰ ਇੱਕ ਮੌਕਾ ਹੋਰ ਦੇ ਦਈਏ, ਇੱਕ ਦਿਨ ਦਾ ਸਮਾਂ ਦੇ ਦਈਏ ਕਿ ਆਪਣਾ ਜੋ ਪੱਖ ਰੱਖਣਾ ਚਾਹੁੰਦੇ ਉਹ ਰੱਖਣ, ਭਾਵੇਂ ਪ੍ਰੈਸ ਨੂੰ ਸੱਦ ਲੈਣ, ਭਾਵੇਂ ਇਕੱਲੇ ਆ ਜਾਣ, ਜਿਵੇਂ ਉਹਦੀ ਮਰਜ਼ੀ ਹੈ ਉਹਨਾਂ ਦੀ, ਉਵੇਂ ਕਰ ਲਾਂਗੇ। ਅਸੀਂ ਫਿਰ 12 ਵਜੇ ਦਾ ਅਗਲੇ ਦਿਨ ਦਾ ਸਮਾਂ ਦਿੱਤਾ ਉਹਨਾਂ ਨੂੰ ਵੀ ਤੁਸੀਂ ਦਫ਼ਤਰ ਅਕਾਲੀ ਦਲ ਦੇ ਆ ਕੇ 12 ਵਜੇ ਸਾਨੂੰ ਟਾਈਮ ਆ ਜਾਓ, ਉੱਥੇ ਤੁਸੀਂ ਆਪਣਾ ਜੋ ਗੱਲ ਕਹਿਣੀ ਹੈ ਲਿਖਤੀ ਜ਼ਬਾਨੀ ਜੋ ਤੁਹਾਡੀ ਮਰਜ਼ੀ ਹੈ ਕਹੋ, ਜੇ ਤੁਸੀਂ ਪ੍ਰੈਸ ਦੀ ਹਾਜ਼ਰੀ 'ਚ ਵੀ ਕਰਨੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ। ਚਲੋ ਅਸੀਂ ਅਗਲੇ ਦਿਨ ਚੰਡੀਗੜ੍ਹ ਚਲੇ ਗਏ, ਉੱਥੇ ਮੀਟਿੰਗ ਦਾ ਟਾਈਮ ਸੀਗਾ, ਮੀਟਿੰਗ ਦੀ ਮੈਨੂੰ ਬੜੀ ਮਜਬੂਰੀ ਚੰਡੀਗੜ੍ਹ ਜਾਣਾ ਪਿਆ, ਸਾਡੇ ਇੱਕ ਰਿਸ਼ਤੇਦਾਰ ਦੀ ਡੈਥ ਹੋ ਗਈ ਸੀ, ਉਹਦਾ ਸੰਸਕਾਰ ਸੀ, ਮੈਨੂੰ ਉਹ ਵੀ ਛੱਡ ਕੇ ਜਾਣਾ ਪਿਆ। ਉੱਥੇ ਜਦੋਂ 12 ਵੱਜ ਗਏ ਪੂਰੇ, ਪ੍ਰੈਸ ਬਹੁਤ ਜ਼ਿਆਦਾ ਆਈ ਸੀ, ਚੰਡੀਗੜ੍ਹ ਦੀ ਸਾਰੀ ਪ੍ਰੈਸ ਆ ਗਈ ਸੀਗੀ ਉੱਥੇ। ਫਿਰ ਅਸੀਂ ਟੈਲੀਫੋਨ ਕੀਤਾ, ਮੈਂ ਕਿਹਾ ਵੀ ਐਂ ਨਾ ਕਰੋ, ਇੱਕ ਵਾਰੀ ਹੋਰ ਟੈਲੀਫੋਨ ਕਰ ਲਓ, ਹੋ ਸਕਦਾ ਬੀਬੀ ਕਿਤੇ ਆਉਂਦੇ ਹੁਣ ਰਾਹ 'ਚ ਕੋਈ ਗੱਡੀ ਖਰਾਬ ਹੋ ਜਾਂਦੀ ਹੈ, ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੈ। ਫਿਰ ਅਸੀਂ ਟੈਲੀਫੋਨ, ਜਿਹੜਾ ਸਾਡਾ ਸੈਕਟਰੀ ਹੈ ਦਫ਼ਤਰ ਦਾ, ਉਹਨੂੰ ਕਿਹਾ ਟੈਲੀਫੋਨ ਕਰ, ਉਹਨੇ ਟੈਲੀਫੋਨ ਕਰਿਆ ਤੇ ਇਹਨਾਂ ਦਿਮਾਗ ਆ ਜਿਹੜਾ ਉਹਨੇ ਚੱਕਿਆ ਫੋਨ, ਉਹ ਕਹਿੰਦਾ ਮੈਂ ਕਰਾਉਣਾ ਬੀਬੀ ਜੀ ਨਾਲ ਗੱਲ। ਮੁੜ ਕੇ ਨਾ ਕਰਾਈ, 15-20 ਮਿੰਟ ਫੇਰ ਲੰਘੇ, ਫਿਰ ਅਸੀਂ ਮੈਂ ਕਿਹਾ ਹੋਰ ਕਰ ਦੁਬਾਰਾ ਟੈਲੀਫੋਨ, ਫਿਰ ਕੀਤਾ। ਫਿਰ ਉਹਦੇ ਪੀਏ ਨੇ ਚੱਕਿਆ, ਉਹਦੇ ਪੀਏ ਨਾਲ ਜਦੋਂ ਗੱਲ ਕੀਤੀ, ਮੈਂ ਕਿਹਾ ਵੀ ਬੀਬੀ ਜੀ ਨੂੰ ਅਸੀਂ ਵੇਟ ਕਰੀ ਜਾਂਦੇ ਹਾਂ, ਕੀ ਤੁਹਾਡਾ ਮਨ ਹੈ, ਆਉਣਾ ਹੈ ਨਹੀਂ ਆਉਣਾ, ਜਾਂ ਕੀ ਤੁਹਾਡਾ ਹੈਗਾ ਦੱਸੋ ਸਾਨੂੰ, ਅਸੀਂ ਬੈਠੇ ਹਾਂ ਵੇਟ ਕਰ ਰਹੇ ਹਾਂ। ਉਹ ਕਹਿੰਦਾ ਜੀ ਬੀਬੀ ਜੀ ਪਿੰਡ ਹੀ ਹੈ ਬੇਗੋਵਾਲ, ਅਸੀਂ ਇੱਥੇ ਹੀ ਹਾਂ, ਅਸੀਂ ਕਿਤੇ ਨਹੀਂ ਗਏ, ਤੇ ਅਸੀਂ ਕੋਈ ਜਵਾਬ ਨਹੀਂ ਦੇਣਾ ਤੇ ਨਾ ਅਸੀਂ ਆਉਣਾ ਹੈ, ਤੁਸੀਂ ਜੋ ਆਪਣਾ ਮਰਜ਼ੀ ਕਰੋ, ਅਸੀਂ ਤਾਂ ਆਉਣਾ ਨਹੀਂ ਹੈਗਾ ਤੁਹਾਡੇ ਕੋਲ। ਚਲੋ ਮੈਂ ਕਿਹਾ ਠੀਕ ਹੈ, ਫਿਰ ਜੇ ਤੁਸੀਂ ਪੱਕਾ ਨਹੀਂ ਆਉਣਾ, ਕਹਿੰਦੇ ਪੱਕਾ ਨਹੀਂ ਆਉਣਾ। ਚਲੋ ਫਿਰ ਉੱਥੇ ਸਾਰੀ ਪ੍ਰੈਸ ਸੀਗੀ, ਫਿਰ ਸਾਨੂੰ ਮਜਬੂਰਨ ਜਿਹੜਾ ਜਦੋਂ ਹਾਲਾਤ ਇਹੋ ਜਿਹੇ ਪੈਦਾ ਹੋ ਗਏ, ਕੋਈ ਚਾਰਾ ਹੀ ਨਹੀਂ ਸੀ, ਸਿਰਫ 48 ਘੰਟੇ ਰਹਿ ਗਏ ਸੀ ਚੋਣ 'ਚ ਸ਼੍ਰੋਮਣੀ ਕਮੇਟੀ ਦੀ 'ਚ, ਫਿਰ ਸਾਨੂੰ ਬੀਬੀ ਜੀ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਪਿਆ। ਸੋ ਇਹ ਘਟਨਾਕ੍ਰਮ ਵਾਪਰਿਆ, ਜਿਹੜਾ ਸਾਰਾ ਵਾਪਰਿਆ, ਜਿਵੇਂ ਮੈਂ ਪਹਿਲਾਂ ਕਿਹਾ ਕਿ ਜੀ ਨਹੀਂ ਕਰਦਾ ਹੁੰਦਾ ਕਿਸੇ ਦਾ ਵੀ ਪਾਰਟੀ ਦੇ ਵਿੱਚ ਜਿਹਨੇ ਇੰਨਾ ਲੰਬਾ ਸਮਾਂ ਕੰਮ ਕੀਤਾ ਹੋਵੇ, ਪਰ ਕਈ ਵਾਰੀ ਮਜਬੂਰੀ ਬਣ ਜਾਂਦੀ ਐ, ਤਾਂ ਫਿਰ ਬਗਾਵਤ ਹਰੇਕ ਹੀ ਕਰ ਲਿਆ ਕਰੂਗਾ, ਦਬਾਅ ਬਣਾਊਗਾ ਪਾਰਟੀ ਤੇ। ਸਹੀ ਮਿਲਿਆ ਤਾਂ ਅਸਲ ਬੀਬੀ ਭੁਲੇਖਾ ਖਾ ਗਈ ਮੇਰੀ ਸਮਝ ਦੇ ਵਿੱਚ, ਉਹਨੂੰ ਆਏ ਸੀ ਮੈਂ ਦਬਾਅ ਬਣਾਵਾਂ ਤੇ ਡਰਦੇ ਇਹ ਮੈਨੂੰ ਮੰਨ ਲੈਣਗੇ, ਉਹਨੇ ਦਬਾਅ ਆਪਣੇ ਪੂਰੇ ਜ਼ੋਰ ਦਾ ਬਣਾਇਆ ਵੀ ਅਖੀਰ ਮੇਰੇ ਤੇ ਆ ਜਾਣਗੇ, ਵੀ ਮੈਂ ਨਹੀਂ ਮੰਨਦੀ ਤਾਂ ਚੱਲ ਯਾਰ ਛੱਡੋ, ਬੀਬੀ ਨੂੰ ਮੰਨ ਲਓ। ਇਸ ਵੇਲੇ ਪਾਰਟੀ ਦੇ ਵਿੱਚ ਥੋੜ੍ਹੀ ਜਿਹੀ ਹਾਲਤ ਪਾਰਟੀ ਦੀ ਆਪਾਂ ਨੂੰ ਪਤਾ ਚੋਣਾਂ 'ਚ ਹਾਰਨ ਕਰਕੇ ਢਿੱਲੀ ਹੈ, ਤੇ ਵੀ ਇਸ ਕਰਕੇ ਮੇਰੇ ਦਬਾਅ ਥੱਲੇ ਪਾਰਟੀ ਆ ਜਾਊਗੀ ਤੇ ਮੈਨੂੰ ਪ੍ਰਧਾਨ ਮੰਨ ਲੈਣਗੇ। ਸੋ ਪਾਰਟੀ ਨੇ ਫੈਸਲਾ ਕੀਤਾ ਵੀ ਦਬਾਅ ਥੱਲੇ ਨਹੀਂ ਆਉਣਾ, ਹਾਰ ਗਏ ਜਿੱਤ ਗਏ, ਚਲੋ ਵੇਖੀ ਜਾਊ ਜਿਹੜਾ ਕੁਛ ਹੋਣਾ। ਤਾਂ ਆਪਾਂ ਨੂੰ ਪਤਾ ਵੀ ਸਾਰੀਆਂ ਸਰਕਾਰਾਂ, ਇਹਨਾਂ ਦੀ ਤਿੰਨੇ ਸਰਕਾਰਾਂ ਇਹਦੀ ਅੰਦਰ ਖਾਤੇ ਮਦਦ ਕਰਦੀਆਂ ਨੇ, ਤੇ ਸਾਰੇ ਜਿੰਨੇ ਸਾਡੇ ਵਿਰੋਧੀ ਆ ਸਾਰੇ ਉਹ ਵੀ ਮਦਦ ਕਰਦੇ ਨੇ। ਚਲ ਵੇਖੀ ਜਾਊ ਜਿਹੜਾ ਕੁਛ ਹੋਣਾ, ਵੱਧ ਤੋਂ ਵੱਧ ਹਾਰ ਜਾਾਂਗੇ ਜੇ ਹਾਰ ਗਏ। ਹਾਲਾਂਕਿ ਸਾਨੂੰ ਆਪਣੇ ਮੈਂਬਰਾਂ ਤੇ ਬਹੁਤ ਵੱਡਾ ਭਰੋਸਾ ਸੀ ਕਿ ਸਾਡੇ ਮੈਂਬਰ ਬਕਾਊ ਨਹੀਂ ਹੈਗੇ, ਸਾਡੇ ਮੈਂਬਰ ਪੰਥ ਨਾਲ ਖੜਨਗੇ। ਕਦੇ ਵੀ ਕੋਈ ਗੁਰੂ ਦਾ ਸਿੱਖ ਇਹ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਤੇ ਕਿਸੇ ਸਰਕਾਰ ਦਿੱਲੀ ਦਾ ਕਬਜ਼ਾ ਹੋ ਜਾਏ, ਦਿੱਲੀ ਦਾ ਕਬਜ਼ਾ ਹੋਵੇ, ਇਹ ਕਦੇ ਵੀ ਨਹੀਂ ਚਾਹੁੰਦਾ। ਪਹਿਲਾਂ ਦਿੱਲੀ ਕਮੇਟੀ ਤੇ ਕਬਜ਼ਾ ਹੋ ਗਿਆ, ਫਿਰ ਹਜੂਰ ਸਾਹਿਬ ਦੇ ਬੋਰਡ ਤੇ ਹੋ ਗਿਆ, ਪਟਨਾ ਸਾਹਿਬ ਹੋ ਗਿਆ, ਹਰਿਆਣਾ 'ਚ ਕਮੇਟੀ ਵੱਖਰੀ ਬਣਾਤੀ। ਸੋ ਇਸ ਕਰਕੇ ਸਾਨੂੰ ਭਰੋਸਾ ਸੀਗਾ ਆਪਣੇ ਮੈਂਬਰਾਂ ਤੇ ਬਹੁਤ। ਪਰ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ, ਕੱਲ੍ਹ ਜਿਹੜੀ ਚੋਣ ਹੋਈ ਆ ਉਹਦੇ ਤੁਹਾਡੇ ਸਾਹਮਣੇ ਕਿ ਬਹੁਤ ਵੱਡੀ ਜਿੱਤ ਹੋਈ ਆ ਪਾਰਟੀ ਦੀ। ਜਿੰਨੇ ਸਾਰੇ ਮਨਸੂਬੇ ਸੀ ਵਿਰੋਧੀਆਂ ਦੇ ਸਾਡੇ ਉਹ ਧਰੇ ਧਰਾਏ ਰਹਿ ਗਏ, ਜਿੰਨਾ ਜ਼ੋਰ ਲਾਇਆ ਸਾਰੀਆਂ ਸਰਕਾਰੀ ਧਿਰਾਂ ਨੇ, ਜਾਂ ਜਿੰਨੀਆਂ ਵੀ ਜਥੇਬੰਦੀਆਂ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਕਹਾਉਂਦੀਆਂ, ਅਸੀਂ ਤਾਂ ਉਹਨਾਂ ਨੂੰ ਮੰਨਦੇ ਨਹੀਂ ਸਿੱਖ ਜਥੇਬੰਦੀਆਂ, ਪਰ ਉਹ ਆਪਣੇ ਆਪ ਨੂੰ ਕਹਾਉਂਦੀਆਂ, ਕਿਸੇ ਨਾਲ 5 ਬੰਦੇ ਆ, ਕਿਸੇ ਨਾਲ 7 ਬੰਦੇ ਆ, ਕੋਈ ਇਕੱਲੇ ਹੀ ਨੇ। ਉਹ ਸਾਰਿਆਂ ਦੇ ਕੱਲ੍ਹ ਮੂੰਹ ਤੇ ਇੱਕ ਚਪੇੜ ਵੱਜੀ ਆ। ਬੜੀ ਹੈਰਾਨੀ ਹੁੰਦੀ ਆ ਜਸਕਰਨ ਸਿੰਘ ਜੀ ਕਈ ਵਾਰੀ ਸੋਚ ਕੇ, ਜਦੋਂ ਸੋਚੀਦਾ ਵੀ ਇਹ ਲੋਕੀ ਸਿੱਖ ਕਹਾਉਂਦੇ ਨੇ ਆਪਣੇ ਆਪ ਨੂੰ, ਬੜੇ ਕਈ ਤਾਂ ਬੰਦੇ ਆਪਣੇ ਆਪ ਨੂੰ ਬੜੇ ਵੱਡੇ, ਵੀ ਸਾਡੇ ਨਾਲ ਦਾ ਤਾਂ ਗੁਰਸਿੱਖ ਬੰਦਾ ਹੀ ਕੋਈ ਨਹੀਂ, ਅਸੀਂ ਤਾਂ ਬਹੁਤ ਅਸੂਲ ਪ੍ਰਸਤ ਹੈ, ਸਾਡੇ ਨਾਲ ਦਾ ਤਾਂ ਅਸੂਲ ਹੀ ਨਹੀਂ ਕਿਸੇ ਦਾ। ਕੱਲ੍ਹ ਜਿਵੇਂ ਫੈਸਲਾ ਹੋਇਆ, ਜਦੋਂ ਬੀਬੀ ਜੀ ਸਾਡੇ ਵੱਲੋਂ ਚੋਣ ਲੜਦੇ ਹੁੰਦੇ ਸੀ, ਉਦੋਂ ਇਹ ਬੰਦੇ ਜਸਕਰਨ ਸਿੰਘ ਜੀ ਬੜੇ ਦੋਸ਼ ਲਾਉਂਦੇ ਹੁੰਦੇ ਸੀ, ਬੀਬੀ ਤਾਂ ਜੀ ਕੁੜੀ ਮਾਰੀ ਹੈ ਤੇ ਕੁੜੀ ਮਾਰ ਹੈ ਜੀ, ਕੁੜੀ ਮਾਰ ਤਾਂ ਸਿੱਖ ਹੀ ਨਹੀਂ ਹੋ ਸਕਦਾ, ਅਕਾਲੀ ਦਲ ਗਲਤ ਕਰਦਾ ਜੀ, ਬੀਬੀ ਤਾਂ ਜੀ ਮੁੱਛਾਂ ਮੁੰਦੀ ਹੈ। ਮੈਨੂੰ ਇਹ ਸ਼ਰਮ 'ਚ ਗੱਲਾਂ ਕਹਿਣੀਆਂ ਪੈਂਦੀਆਂ, ਮੈਨੂੰ ਕਹਿਣੀਆਂ ਨਹੀਂ ਚਾਹੀਦੀਆਂ ਇਹ ਗੱਲਾਂ। ਬੀਬੀ ਜੀ ਦਾ ਜੀ ਮੁੱਛਾਂ ਮੁੰਦੀ ਹੈ ਤਾਂ ਪੱਤ ਹੈ, ਇਹਨੂੰ ਅਕਾਲੀ ਦਲ ਗਲਤ ਕੰਮ ਕਰਦਾ ਹੈ, ਅਸੀਂ ਤਾਂ ਨਹੀਂ ਇਹਦੀ ਮਦਦ ਕਰਦੇ। ਚਲੋ ਮੰਨ ਲਓ ਵੀ ਅਸੀਂ ਤਾਂ ਗਲਤ ਕਰਦੇ ਰਹੇ, ਮੰਨ ਲੈਣਾ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ, ਲੋਕਾਂ ਦੀ, ਕਿ ਜਿਹੜੀ ਸੱਚੀ ਗੱਲ ਆ ਉਹਨੂੰ ਹੁਣ ਮੈਂ ਕਹੀ ਜਾਊਂ, ਫਿਰ ਕਿਹੜਾ ਮੇਰੇ ਕਹੇ ਤੋਂ ਕੋਈ ਗੱਲ ਇੱਧਰ ਉੱਧਰ ਹੋ ਜੂਗੀ। ਉਹਦੇ ਬਾਵਜੂਦ ਹੁਣ ਉਹੀ ਬੀਬੀ ਸਾਡੇ ਵਿਰੋਧੀ ਕੈਂਡੀਡੇਟ ਬਣ ਗਈ।
ਹੁਣ ਉਹਨਾਂ ਨੇ ਸਾਰਿਆਂ ਨੂੰ, ਹੁਣ ਬੀਬੀ ਨੂੰ ਕਿਹੜੀ ਗੰਗਾ ਨਵਾ ਲਿਆ, ਕਿੱਥੋਂ ਅੰਮ੍ਰਿਤ ਛਕਾ ਲਿਆ, ਕਿੱਥੋਂ ਉਹਨਾਂ ਨੇ ਸਾਰਾ ਕੁਝ ਕਰ ਲਿਆ। ਜਿਹੜੀ ਬੀਬੀ ਅੱਜ ਪਵਿੱਤਰ ਹੋ ਗਈ ਤੇ ਸਾਰੇ ਉਹਦੇ ਮਗਰ ਆਪਣੇ ਆਪ ਨੂੰ ਖੱਬੀ ਖਾਨ ਸਿੱਖ ਕਹਾਉਂਦੇ, ਬੜੇ ਬੜੇ ਆਪਣੇ ਆਪ ਨੂੰ ਗੁਰਸਿੱਖ ਕਹਾਉਂਦੇ। ਮੈਨੂੰ ਤਾਂ ਸ਼ਰਮ ਆਉਂਦੀ ਹੈ ਇਹੋ ਜਿਹੇ ਗੁਰਸਿੱਖਾਂ ਤੇ ਕਿ ਹੁਣ ਸਾਰੇ ਬੀਬੀ ਦੇ ਮਗਰ ਖੜੇ ਹੋ ਕੇ ਜਾ ਕੇ ਬਾਈਕਾਟ ਕਰ ਦਿੰਦੇ। ਪਤਾ ਤਾਂ ਉਹਨਾਂ ਨੂੰ ਸੀਗਾ ਹੀ ਵੀ ਹਾਰਨਾ ਤੇ ਫਿਰ ਬਾਈਕਾਟ ਕਰ ਦਿੰਦੇ। ਇਦੋਂ ਤਾਂ ਬਾਈਕਾਟ ਹੀ ਕਰ ਦਿੰਦੇ। ਇਦੋਂ ਤਾਂ ਵੀ ਅਸੀਂ ਤਾਂ ਨਾ ਕੈਂਡੀਡੇਟ ਇਹ ਚੰਗਾ ਨਾ ਉਹ ਚੰਗਾ, ਅਸੀਂ ਤਾਂ ਬਾਈਕਾਟ ਕਰਦੇ ਹਾਂ ਵੀ ਸਾਨੂੰ ਤਾਂ ਦੋਨੇ ਕੈਂਡੀਡੇਟ ਪਸੰਦ ਨਹੀਂ। ਤੇ ਜਾਂ ਆਪਦਾ ਖੜਾ ਕਰ ਲੈਂਦੇ, ਬੀਬੀ ਦਾ ਕਿਹੜਾ ਉਹਨਾਂ ਨੂੰ ਠੇਕਾ ਲਿਆ ਸੀ, ਆਪਦਾ ਖੜਾ ਕਰ ਲੈਂਦੇ। ਜਿੱਤਣਾ ਤਾਂ ਪਤਾ ਹੈ ਹੀ ਨਹੀਂ ਸੀ। ਜੇ ਕੋਈ ਐਗਜ਼ੈਕਟਿਵ ਦੀਆਂ ਸੀਟਾਂ 2 ਲੈਣਗੇ ਸਾਥੋਂ ਲੈ ਲੈਂਦੇ, ਅਸੀਂ ਕਿਹੜਾ ਜਵਾਬ ਦਿੰਦੇ ਸੀ। ਸੋ ਇੱਥੋਂ ਜਿਹੜਾ ਪੰਥਕ ਚਿਹਰਾ ਹੈ ਉਹ ਬੜਾ ਨੰਗਾ ਹੋਇਆ ਲੋਕਾਂ ਦਾ ਕਿ ਵੀ ਜਿਹੜੇ ਡਰਾਮੇਬਾਜ਼ੀ ਕਰਦੇ ਹੁੰਦੇ ਸੀ ਪੰਥਕ ਚਿਹਰੇ ਦੀ, ਬੀਬੀ ਤੇ ਸਾਡੇ ਵੇਲੇ ਦੋਸ਼ ਲਾਉਂਦੇ ਹੁੰਦੇ ਸੀ। ਸਾਰਿਆਂ ਨੇ ਐ ਢੋਲ ਵਜਾ ਕੇ ਬੀਬੀ ਨੂੰ ਵੋਟਾਂ ਪਾਈਆਂ। ਮੈਂ ਤਾਂ ਇਹਨਾਂ ਗੱਲਾਂ ਤੇ ਮੈਨੂੰ ਹੈਰਾਨੀ ਆਉਂਦੀ ਹੈ ਵੀ ਇਹ ਲੋਕ ਕੀ ਸਿੱਖੀ ਦੀ ਸੇਵਾ ਕਰਨਗੇ ਜਿਨ੍ਹਾਂ ਦਾ ਕੋਈ ਅਸੂਲ ਹੀ ਹੈ ਨਹੀਂ, ਜਿਨ੍ਹਾਂ ਦਾ ਕੋਈ ਕਰੈਕਟਰ ਹੀ ਹੈ ਨਹੀਂ। ਸਰਦਾਰ ਵਿਰਸਾ ਸਿੰਘ ਬਲਟੋਆ ਜੀ ਕਹਿੰਦੇ ਸੀ ਕਿ ਬੀਬੀ ਜੰਗੀਰ ਕੌਰ ਜੀ ਜੇ 25 ਵੋਟਾਂ ਲੈ ਕੇ ਜਾਂਦੀ ਹੈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ। 42 ਵੋਟਾਂ ਲੈ ਗਈ ਬੀਬੀ ਜੰਗੀਰ ਕੌਰ ਦੇਣਗੇ। ਤੁਸੀਂ ਕਢਾ ਲਓ ਮੂਵੀ, ਇਹ ਨਹੀਂ ਕਿਹਾ ਕਿਤੇ। ਉਹਨਾਂ ਨੇ ਕਿਹਾ ਸੀ ਕਿ ਬੀਬੀ ਜੰਗੀਰ ਕੌਰ ਨੂੰ 25 ਕੁ ਵੋਟਾਂ ਹੀ ਪੈਣਗੀਆਂ। ਢੀਂਡਸਾ ਸਾਹਿਬ ਨਾਲ ਉਹਨਾਂ ਦੀ ਬਹਿਸ ਹੋ ਰਹੀ ਸੀ, ਉਹ ਟੀਵੀ ਤੇ ਹੈਗੀ, ਸ਼ਾਇਦ 18-18 ਤੇ 18-18 ਤੇ ਸ਼ਾਇਦ। ਤੇ ਢੀਂਡਸਾ ਸਾਹਿਬ ਕਹਿੰਦੇ ਸੀ ਵੀ ਨਹੀਂ ਜ਼ਿਆਦੇ ਲੈ ਜੂਗੀ। ਉਹ ਕਹਿੰਦਾ ਜੀ ਢੀਂਡਸਾ ਸਾਹਿਬ ਜੇ 25 ਨਾ ਪਈਆਂ ਫਿਰ ਤੁਸੀਂ ਰਿਜ਼ਾਈਨ ਕਰੋਗੇ, ਛੱਡੋਗੇ ਸਿਆਸਤ, ਤੁਸੀਂ ਬੈਠੋਗੇ। ਉਹ ਢੀਂਡਸਾ ਸਾਹਿਬ ਮੰਨੇ ਨਹੀਂ ਸੀ ਇਸ ਗੱਲ ਦੇ ਉੱਤੇ। ਉਹ ਕਹਿੰਦੇ ਸੀ ਸੁਖਬੀਰ ਅਸਤੀਫਾ ਦੇਵੇ। ਉਹ ਬਲਟੋਆ ਸਾਹਿਬ ਦੇ ਸੀ ਵੀ ਜੇ ਅਸੀਂ ਨਾ ਜਿੱਤੇ ਫਿਰ ਸੁਖਬੀਰ ਅਸਤੀਫਾ ਦੇਊਗਾ। ਇਹ ਸੀ ਉੱਥੇ ਨਹੀਂ ਕਦੇ ਵੀ ਜੇ 25 ਵੋਟਾਂ ਪਈ ਤੋਂ ਵੱਧ ਪੈ ਗਈਆਂ, ਇਹ ਕਿਤੇ ਨਹੀਂ ਕਢਾ ਲਓ 18-18 ਭਾਵੇਂ ਨਹੀਂ ਹੈਗਾ ਇਹ ਗਲਤ। ਪਤਾ ਨਹੀਂ ਕਿਵੇਂ ਅੱਜ ਅਖਬਾਰਾਂ 'ਚ ਵੀ ਕੁਝ ਲਿਖਿਆ, ਮੈਂ ਪੜ੍ਹਿਆ ਥੋੜਾ ਜਿਹਾ, ਮੈਨੂੰ ਇੱਕ ਦੋ ਬੰਦੇ ਨੇ ਹੋਰ ਵੀ ਪੁੱਛਿਆ ਸੀ ਇਹ ਕਿਤੇ ਨਹੀਂ ਹੈਗਾ ਬਲਟੋਏ ਦਾ, ਤੁਸੀਂ ਕੱਢ ਲਓ ਜੇ ਕਿਤੇ ਇਹ ਗੱਲ ਹੈਗੀ। ਪੰਥਕ ਪਾਰਟੀ ਅਖਵਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗੇ, ਤੁਸੀਂ ਸਭ ਤੋਂ ਵੱਧ ਸਟੈਂਡ ਲਿਆ ਆਪਣੀ ਪਾਰਟੀ ਦਾ ਵੀ ਅਸੀਂ ਸੌਹਾਂ ਖਾਂਦੇ ਹਾਂ ਜੀ, ਅਸੀਂ ਇਹੋ ਜਿਹੀ ਗੱਲ ਵੀ ਕੀਤੀ ਹੋਵੇ। ਪਰ ਤੁਸੀਂ ਗੁਰੂ ਨੂੰ ਵੀ ਭੁੱਲ ਗਏ, ਪੰਥ ਨੂੰ ਵੀ ਤੁਸੀਂ ਭੁੱਲ ਗਏ। ਤੁਹਾਡਾ ਨਾਮ ਮਨਤਾਰ ਬਰਾੜ ਦਾ ਨਾਮ ਆਉਂਦਾ, ਭੁੰਦੜ ਸਾਹਿਬ ਦਾ ਨਾਮ ਆਉਂਦਾ, ਬੀਬੀ ਜੰਗੀਰ ਕੌਰ ਕਹਿੰਦੇ ਤੁਸੀਂ ਸੌਦਾ ਸਾਹਿਬ ਨੂੰ ਮਾਫੀ ਦਵਾਤੀ, ਸਾਰਾ ਕੁਝ ਭੁੱਲ ਕੇ। ਚੰਗਾ ਹੋ ਗਿਆ ਤੁਸੀਂ ਇਹ ਸਵਾਲ ਕੀਤਾ ਹੈ। ਕਿਸੇ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਆਪਣੇ ਆਪ ਦਾ ਜ਼ਿੰਮੇਵਾਰ ਹਾਂ ਜੀ। ਜੇ ਜਿਹੜੀ ਮਾਫੀ ਦਿੱਤੀ ਗਈ ਹੈ ਸੱਚੇ ਸੌਦੇ ਵਾਲਿਆਂ ਨੂੰ ਜਾਂ ਕੀ, ਮੈਨੂੰ ਨਹੀਂ ਪਤਾ ਇਹ ਕੀ ਹੈਗਾ ਜੀ। ਜੇ ਕਿਤੇ ਮੇਰਾ ਸਾਬਤ ਹੋ ਜੇ ਮੈਂ ਕਿਸੇ ਉਸ ਮੀਟਿੰਗ 'ਚ ਇਹਨਾਂ ਦੀ ਸ਼ਾਮਲ ਹੋਇਆ, ਹੁਣ ਸ਼ਾਇਦ 15 ਕਿ 16 'ਚ ਦਿੱਤੀ ਹੈ ਮਾਫੀ ਇਹਨਾਂ ਨੂੰ, 16 ਸ਼ਾਇਦ 16 'ਚ ਦਿੱਤੀ ਹੈ ਮੈਨੂੰ ਲੱਗਦਾ। ਮੈਂ ਕਿਸੇ ਦੀ ਇਹਨਾਂ ਦੀ ਮੀਟਿੰਗ ਸ਼ਾਮਲ ਹੋਇਆ ਹਾਂ, ਉਸ ਮਾਫੀ ਦੀ ਮੇਰੇ ਕਿਤੇ ਨੇੜੇ ਤੇੜੇ ਵੀ ਗੱਲ ਹੋਵੇ ਜਾਂ ਮੈਂ ਦੌੜ 'ਚ ਮੇਰਾ ਕੋਈ ਉਸ ਚੀਜ਼ ਹਿੱਸਾ ਹੋਵੇ, ਮੈਂ ਕਹਿੰਦਾ ਮੈਨੂੰ ਜੋ ਮਰਜ਼ੀ ਸਜ਼ਾ ਸੰਗਤ ਦੇ ਸਕਦੀ ਹੈ। ਮੈਂ ਚੈਲੰਜ ਕਰਦਾ ਕਿ ਇਹ ਗੱਲ ਕੋਈ ਸਾਬਤ ਕਰ ਦੇ ਕਿ ਮੇਰਾ ਕੋਈ ਵੀ ਕਿਸੇ ਵੀ ਕਿਸਮ ਦਾ ਨੇੜ ਤੇੜ ਦਾ ਵੀ ਵਾਸਤਾ ਹੋਵੇ ਕਿਸੇ ਕੰਮ ਦਾ ਵੀ, ਇਸ ਕੰਮ ਦੇ ਵਿੱਚ ਜਿਹੜੀ ਮਾਫੀ ਦਿੱਤੀ ਗਈ ਆ ਇਹਨਾਂ ਨੂੰ ਉਦੋਂ ਪਿੱਛੇ, ਤੇ ਮੈਂ ਜੋ ਸਜ਼ਾ ਪੰਥ ਦੇਊਗਾ ਭਾਵੇਂ ਮੈਨੂੰ ਗੋਲੀ ਮਾਰ ਦੇ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਨਹੀਂ ਤਾਂ ਮੈਂ ਜਿਹੜੇ ਇਹ ਬੰਦੇ ਹੈਗੇ ਜਿਹੜੇ ਝੂਠ ਬੋਲ ਕੇ, ਇਹ ਬੀਬੀ ਦੇ ਹੁਣ ਕਿਉਂ ਯਾਦ ਆਇਆ? ਜੇ ਬੀਬੀ ਚਾਣਕ ਸੀ ਫਿਰ ਉਹਦੀ ਬੋਲਣਾ ਚਾਹੀਦਾ ਸੀ ਬੀਬੀ ਨੂੰ ਵੀ ਆ ਆਪਣੇ ਬੰਦੇ ਵਿੱਚ ਇਸ ਗੱਲ ਦੇ ਲੈਂਦੇ ਨੇ ਹਿੱਸਾ ਜਿਹੜਾ ਹੈਗਾ। ਸੋ ਮੈਂ ਕਹਿੰਦਾ ਕਿ ਬਿਲਕੁਲ ਮੈਂ ਓਪਨਲੀ ਤੁਹਾਡੇ ਕਹਿਣਾ ਕਿ ਮੈਂ ਇਹਨਾਂ ਤੇ ਕੇਸ ਵੀ ਕਰੂੰਗਾ, ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ, ਜਾਂ ਬੀਬੀ ਜੀ ਸਾਬਤ ਕਰਨ। ਬੀਬੀ ਜੀ ਨੇ ਕਿਹਾ ਨਾ ਉੱਥੇ ਕੱਲ੍ਹ ਗੁਰਦੁਆਰੇ ਅੰਦਰ, ਮੈਂ ਬੀਬੀ ਜੀ ਨੂੰ ਓਪਨਲੀ ਚੈਲੰਜ ਕਰਦਾ, ਜਾਂ ਤਾਂ ਤੂੰ ਸਾਬਤ ਕਰ, ਮੈਨੂੰ ਜੋ ਪੰਥ ਸਜ਼ਾ ਦੇਊਗਾ ਮੈਂ ਮੰਨੂਗਾ ਉਹ ਬਿਲਕੁਲ ਹੀ। ਜੇ ਮੈਂ ਕਿਤੇ ਭੋਰਾ ਇੱਕ ਰੱਤੀ ਵੀ ਦੋਸ਼ੀ ਹੋਇਆ ਤਾਂ, ਤੇ ਨਹੀਂ ਫਿਰ ਤੂੰ ਤਿਆਰ ਰਹਿ, ਤੈਨੂੰ ਕੋਰਟ ਕਚਹਿਰੀਆਂ 'ਚ ਮੈਂ ਖਿੱਚੂੰਗਾ। ਤੂੰ ਐਡੀ ਵੱਡੀ ਝੂਠੀ ਦੋਸ਼ ਲਾਇਆ, ਤੇਰੇ ਤੇ ਮੈਂ ਹਰਜਾਨੇ ਦਾ ਵੀ, ਇੱਜ਼ਤ ਹੱਤਕ ਦਾ ਵੀ ਕੇਸ ਕਰੂੰਗਾ, ਤੈਨੂੰ ਕਚਹਿਰੀਆਂ ਦੇ ਵਿੱਚ ਵੀ ਇੱਥੇ ਲਿਆਉਂਗਾ। ਦੂਜਿਆਂ ਦਾ ਤਾਂ ਪਤਾ ਨਹੀਂ, ਮੈਂ ਜ਼ਰੂਰ ਤੈਨੂੰ ਕੋਰਟ ਕਚਹਿਰੀਆਂ ਦੇ ਵਿੱਚ ਲੈ ਕੇ ਆਊਂਗਾ ਇਨਸਾਫ ਦੀ ਖਾਤਰ। ਤੇ ਤੂੰ ਫਿਰ ਤੈਨੂੰ ਇਹ ਸਾਰਾ ਝੱਲਿਆ ਨਹੀਂ ਜਾਣਾ ਤੇਥੋਂ। ਤੂੰ ਜਿਹੜਾ ਝੂਠ ਬੋਲਦਾ, ਐਡੇ ਝੂਠ ਨਾ ਬੋਲ ਬੀਬੀ, ਸਾਡੇ ਨਾਲ ਰਹੀ ਹੈ। ਜੋ ਮਰਜ਼ੀ ਤੈਨੂੰ ਗੁੱਸਾ ਹੋਊਗਾ ਸਾਡੇ ਤੋਂ ਕੱਢੇ ਦਾ, ਉਹ ਠੀਕ ਹੈ, ਤੇ ਪਰ ਇਹ ਜਿਹੇ ਦੋਸ਼ ਨਹੀਂ ਲਾਈਦੇ ਹੁੰਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਹੀ ਨਾ ਹੋਵੇ। ਸੋ ਮੈਂ ਤੈਨੂੰ ਚੈਲੰਜ ਕਰਦਾ ਕਿ ਤੂੰ ਦੋਸ਼ ਸਾਬਤ ਕਰ, ਮੈਂ ਹਰ ਸਜ਼ਾ ਭੁਗਤਣ ਨੂੰ ਤਿਆਰ ਹੈ, ਨਹੀਂ ਤਾਂ ਕੋਰਟ ਕਚਹਿਰੀਆਂ 'ਚ ਝਗੜੇ ਤੇ ਇੱਧਰ ਮੈਂ ਤੇਰੇ ਤੇ ਕੇਸ ਕਰੂੰਗਾ, ਤੂੰ ਤਿਆਰ ਰਹਿ। ਮੈਂ ਵੀ ਕਹਿ ਦੂਜੀ ਗੱਲ ਜਿਸ ਕਾਰਨ ਸੀ ਜਿਹੜੀ ਤੁਸੀਂ ਕਿਹਾ ਇੱਥੋਂ ਦੀ ਬੇਅਦਬੀ ਮਾਮਲਿਆਂ ਦੀ, ਉਹ ਤਾਂ ਵੇਖੋ ਚਲੋ ਸਾਡੇ ਤਾਂ ਛੱਡ ਦਿਓ, ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ। ਮੈਂ ਤਾਂ ਕਹਿੰਦਾ ਕੋਈ ਸਿੱਖ ਵੀ ਨਹੀਂ ਸੋਚ ਸਕਦਾ, ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ। ਸਭ ਤੋਂ ਸਾਰੇ ਗੁਰੂ ਸਾਹਿਬ ਸਾਡੇ ਨੇ, ਸਤਿਕਾਰਯੋਗ ਨੇ, ਸਾਰੀ ਦੁਨੀਆ ਦੇ ਨੇ ਵੈਸੇ ਤਾਂ ਗੁਰੂ ਸਾਹਿਬ, ਆਪਣੇ ਗੁਰੂ ਗ੍ਰੰਥ ਸਾਹਿਬ। ਹੁਣ ਤਾਂ ਚਲੋ ਸਾਡੇ ਵੇਲੇ ਤਾਂ ਟਾਈਮ ਥੋੜਾ ਸੀ, ਸਾਨੂੰ ਕੰਮ ਨਹੀਂ ਕਰਨ ਦਿੱਤਾ, ਉਹਦੀ ਇਹਨਾਂ ਨੇ ਰੌਲਾ ਪਾ ਲਿਆ, CBI ਨੂੰ ਦਵਾਤੀ ਇਨਕਾਰੀ। ਮੁੜ ਕੇ ਕਾਂਗਰਸ ਨੇ ਕਮੇਟੀ ਸਿੱਟ ਬਣਾਈ, 3 ਸਿੱਟਾਂ ਬਣਾਈਆਂ ਕਾਂਗਰਸ ਨੇ, 2 ਦੀ ਰਿਪੋਰਟ ਆ ਗਈ, ਬੇਅਦਬੀ ਦੀ ਵੀ ਆ ਗਈ ਰਿਪੋਰਟ, ਗੁਰੂ ਗ੍ਰੰਥ ਸਾਹਿਬ ਦੋਨੇ ਆ ਗਈਆਂ। ਹੁਣ ਤਾਂ ਇਕੱਲੀ ਬਾਈਬਲ ਵਾਲੀ ਗੋਲੀ ਵਾਲੀ ਰਹਿ ਗਈ, ਬਾਕੀ ਤਾਂ ਸਾਰੀਆਂ ਆ ਗਈਆਂ। ਬਾਈਬਲ ਵਾਲੀ ਇੱਕ ਰਹਿ ਗਈ, 2 ਆ ਗਈਆਂ, ਬੇਅਦਬੀ ਵਾਲੀਆਂ ਆ ਗਈਆਂ। ਕਾਂਗਰਸ ਦੇ ਵੇਲੇ ਸਿੱਟਾਂ ਬਣੀਆਂ,
ਜੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਰਿਪੋਰਟਾਂ ਆਈਆਂ, ਸਾਫ਼ ਲਿਖਿਆ ਉਹਨਾਂ ਨੇ ਵੀ ਅਕਾਲੀ ਦਲ ਦੇ ਕਿਸੇ ਵਰਕਰ ਦਾ ਵੀ ਕਸੂਰ ਨਹੀਂ। ਫਿਰ ਹੁਣ ਤਾਂ ਯਾਰ ਸਾਡਾ ਖੇੜਾ ਛੱਡ ਦੇਣ, ਹੁਣ ਤਾਂ ਉਹਨਾਂ ਦੀਆਂ ਬਣਾਈਆਂ ਰਿਪੋਰਟਾਂ, ਉਹਨਾਂ ਦੀਆਂ ਬਣਾਈਆਂ ਸਿੱਟਾਂ ਨੇ ਸਾਨੂੰ ਬਰੀ ਕਰਤਾ। ਸਾਡਾ ਤਾਂ ਕੋਈ ਨਹੀਂ, ਸਾਨੂੰ ਤਾਂ ਨਹੀਂ ਹੈਗਾ। ਹੁਣ ਤਾਂ ਉਹਨਾਂ ਨੇ ਜਿਹੜੀਆਂ ਬਣਾਈਆਂ ਸੀ ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਕਿਸੇ ਅਕਾਲੀ ਦਲ ਦੇ ਵਰਕਰ ਦਾ ਵੀ ਹੱਥ ਨਹੀਂ ਹੈਗਾ। ਤੇ ਹੁਣ ਤਾਂ ਉਹਨਾਂ ਨੂੰ ਇਹ ਗੱਲ ਨੂੰ ਸਾਡੇ ਤਾਂ ਇੱਕ ਮੈਂ ਹੋਰ ਕਹਿਣਾ ਵੀ ਬਰਗਾੜੀ ਤੇ ਇੰਨਾ ਕਿਉਂ ਜ਼ੋਰ ਲਾਇਆ ਵਾ। ਗੁਰੂ ਗ੍ਰੰਥ ਸਾਹਿਬ ਦਾ ਕਿਤੇ ਵੀ ਬੇਅਦਬੀ ਹੁੰਦੀ ਆ, ਮੈਂ ਕਹਿੰਦਾ ਵੀ ਇਦੋਂ ਮਾੜੀ ਗੱਲ ਕੋਈ ਨਹੀਂ। ਜਿਹੜਾ ਬੰਦਾ ਵੀ ਬੇਅਦਬੀ ਕਰਦਾ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਮੈਂ ਤਾਂ ਇਸ ਰਾਏ ਦਾ ਬੰਦਾ। ਗੁਰੂ ਗ੍ਰੰਥ ਸਾਹਿਬ ਮਾਨਵਤਾ ਦੇ ਗੁਰੂ ਨੇ। ਗੁਰੂ ਇੱਥੋਂ ਦੇ ਪਿੱਛੇ ਤਾਂ ਇੱਕ ਧਰਨਾ ਚੱਕਦਾ ਦੂਜਾ ਲਾ ਲੈਂਦਾ, ਇੱਕ ਚੱਕਦਾ ਦੂਜਾ ਲਾ ਲੈਂਦਾ, ਇੱਕ ਚੱਕਦਾ ਦੂਜਾ ਲਾ ਲੈਂਦਾ। ਜਿਹੜੇ ਅੰਮ੍ਰਿਤਸਰ ਜਿਹੜੇ ਬੰਦੇ ਨੇ ਹਮਲਾ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਪਤਾ ਹੀ ਆ ਤੁਹਾਨੂੰ ਜਾ ਕੇ ਅੰਦਰ, ਉਹ ਬੰਦਾ ਕੁੱਟ ਕੇ ਮਾਰਤਾ। ਉਹਦੀ ਹਾਲਤ ਹੀ ਪੜਤਾਲ ਨਹੀਂ ਹੋਈ ਵੀ ਉਹ ਕੌਣ ਸੀ, ਕਿੱਥੋਂ ਆਇਆ ਸੀ, ਕੌਣ ਸੀ। ਤੇ ਕੋਈ ਜਥੇਬੰਦੀ ਮੰਗ ਹੀ ਨਹੀਂ ਕਰਦੀ ਵੀ ਉਹਦੀ ਪੜਤਾਲ ਕਰੋ ਵੀ ਕੌਣ ਸੀ ਉਹ ਬੰਦਾ। ਮੰਗ ਹੀ ਨਹੀਂ ਕਰਦੀ ਕੋਈ ਜਥੇਬੰਦੀ। ਹਰਿਮੰਦਰ ਸਾਹਿਬ ਤੇ ਐਡਾ ਵੱਡਾ ਹਮਲਾ ਹੋ ਗਿਆ, ਐਡੀ ਵੱਡੀ ਗੱਲ ਹੋ ਗਈ, ਅਸੀਂ ਤਾਂ ਮੰਗ ਕਰਦੇ, ਮੰਗ ਹੀ ਨਹੀਂ ਕਰਦੇ, ਮੰਗ ਹੀ ਨਹੀਂ ਕਰਦੀਆਂ ਜਿੰਨੀਆਂ ਸਿੱਖ ਜਥੇਬੰਦੀਆਂ। ਕਿੰਨੀਆਂ ਬੇਅਦਬੀਆਂ ਹੋਰ ਹੋ ਗਈਆਂ। ਉੱਥੋਂ ਕਲਿਆਣ ਪਿੰਡ ਆ ਪਟਿਆਲੇ 'ਚ, ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ। ਜਿਹੜਾ ਨਿੱਕਾ ਗੁਰੂ ਗ੍ਰੰਥ ਸਾਹਿਬ ਲਿਖਿਆ ਵਾ ਸੀ ਪੁਰਾਣਾ ਪੁਰਾਤਨ, ਉਹ ਚੋਰੀ ਹੋ ਗਿਆ। ਕਦੇ ਉੱਥੇ ਕਿਉਂ ਨਹੀਂ ਧਰਨਾ ਲਾਉਂਦੇ ਜਾ ਕੇ? ਇੱਥੇ ਇਹਦੇ ਤੇ ਰਾਜਨੀਤੀ ਕਰਦੇ ਨੇ। ਇਹਨਾਂ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਹਮਦਰਦੀ ਨਹੀਂ ਹੈਗੀ, ਨਾ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲਿੰਕ ਹੈ। ਇਹ ਜਾਣ ਬੁੱਝ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਇਹ ਬਿਲਕੁਲ ਇੱਕ ਬਦਨਾਮ ਕਰਨ ਦੀ ਖਾਤਰ ਪਾਰਟੀ ਨੂੰ ਕਰਦੇ ਨੇ। ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਤੇ ਜੇ ਵਾਕਈ ਇਹਨਾਂ ਦਾ ਗੁਰੂ ਨਾਲ ਪਿਆਰ ਆ ਜਾਂ ਹੈਗਾ ਤਾਂ ਫਿਰ ਬਾਕੀ ਥਾਵਾਂ ਤੇ ਵੀ ਜਾਣ। ਇਹ ਉੱਥੇ ਕਿਉਂ ਨਹੀਂ ਜਾਂਦੇ? ਪਟਿਆਲੇ ਕਿਉਂ? ਕਿਉਂਕਿ ਉਹ ਕਾਂਗਰਸ ਦੇ ਰਾਜ 'ਚ ਹੋਇਆ। ਹੋਰ ਜਿਹੜੀਆਂ ਹੋਈਆਂ ਉਹ ਕਾਂਗਰਸ ਦੇ ਰਾਜ 'ਚ ਹੋਈਆਂ ਵੀਆਂ ਨੇ। ਇਹ ਸਾਨੂੰ ਬਦਨਾਮ ਕਰਨਾ ਚਾਹੁੰਦੇ ਆ। ਰਿਪੋਰਟਾਂ ਵੀ ਆ ਗਈਆਂ, ਪੁਲਿਸ ਨੇ ਰਿਪੋਰਟਾਂ ਵੀ ਦੇ ਦਿੱਤੀਆਂ, ਇਹਨਾਂ ਦੇ ਪੁਲਿਸ ਨੇ ਦੇ ਦਿੱਤੀਆਂ, ਕਾਂਗਰਸ ਨੇ ਸਿੱਟਾਂ ਬਣਾਈਆਂ, ਹੁਣ ਰਿਪੋਰਟਾਂ ਆਈਆਂ, ਹਲੇ ਵੀ ਸਾਡਾ ਖੇੜਾ ਨਹੀਂ ਛੱਡਦੇ। ਇਹ ਮੇਰੀ ਸਮਝ ਦੇ ਵਿੱਚ ਤਾਂ ਇੱਥੇ ਕੋਈ ਹੋਰ ਹੀ ਕਹਾਣੀ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਣਾਉਂਦੀ ਹੈ ਜੀ, ਪਰ ਕਿਤੇ ਨਾ ਕਿਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਹਿੰਦੀ ਅਸੀਂ ਐਸਜੀਪੀਸੀ ਦੇ ਵਿੱਚ ਕਿਸੇ ਕੰਮਾਂ 'ਚ ਦਖਲ ਅੰਦਾਜ਼ੀ ਨਹੀਂ ਕਰਦੇ, ਪਰ ਫਿਰ ਵੀ ਜੇ ਪ੍ਰਧਾਨ ਤੁਹਾਡੀ ਪਾਰਟੀ ਬਣਾਉਂਦੀ ਆ ਤੇ ਪ੍ਰਧਾਨ ਨੂੰ ਜਦੋਂ ਤਾਂ ਪ੍ਰਧਾਨ ਬਣਾਉਣਾ ਉਦੋਂ ਤਾਂ ਪਾਰਟੀ ਹੈ ਜਿਹੜੀ ਉਹ ਆਪਣਾ ਪੂਰਾ ਜੋਸ਼ ਵਿਖਾਉਂਦੀ ਆ, ਪੂਰਾ ਕੰਮ ਕਰਦੀ ਆ, ਮੀਟਿੰਗਾਂ ਹੁੰਦੀਆਂ, ਪਰ ਉਸ ਤੋਂ ਬਾਅਦ ਕਦੇ ਤੁਸੀਂ ਅੱਜ ਤੱਕ ਪ੍ਰਧਾਨ ਨੂੰ ਆਪਦੇ ਨੂੰ ਇਹ ਗੱਲ ਨਹੀਂ ਕਹੀ ਵੀ ਜਿਹੜੇ ਪਿੰਡਾਂ ਦੇ ਵਿੱਚ ਲੋਕਲ ਗੁਰਦੁਆਰਾ ਸਾਹਿਬਾਨ ਆ ਉਹਨਾਂ ਦੇ ਵਜ਼ੀਰਾਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਆ। ਗ੍ਰਾਂਤੀ ਸਿੰਘ ਨੇ, ਪ੍ਰਚਾਰਕ ਨੇ ਜਿਹੜੇ ਦਿਹਾੜੀਆਂ ਕਰਨ ਨੂੰ ਮਜਬੂਰ ਆ, ਕਦੇ ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ ਮਲੂਕਾ ਸਾਹਿਬ? ਤੁਸੀਂ ਜਸਕਰਨ ਸਿੰਘ ਜੀ ਆਪ ਹੀ ਵਿਰੋਧੀ ਗੱਲਾਂ ਕਰਕੇ ਦੋ, ਆਪਾਂ ਵਿਰੋਧੀ ਕਰਕੇ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਆ ਵੀ ਤੁਸੀਂ ਮੁੜ ਕੇ ਤੁਸੀਂ ਕਿਉਂ ਦਖਲ ਦਿੰਦੇ ਆ ਮੁੜ ਕੇ, ਇੱਕ ਪਾਸੇ ਤੁਸੀਂ ਕਹਿੰਦੇ ਦਖਲ ਦਿਓ ਵੀ ਕਹੋ ਉਹਨਾਂ ਨੂੰ। ਸਾਡਾ ਕੰਮ ਹੈ ਪ੍ਰਧਾਨ ਬਣਾਉਣਾ, ਸਾਡਾ ਕੰਮ ਨਹੀਂ ਪਾਰਟੀ ਦੇ ਮੈਂਬਰਾਂ ਨੇ ਬਣਾਉਣਾ ਹੁੰਦਾ ਪ੍ਰਧਾਨ ਤਾਂ। ਕਿਉਂਕਿ ਆਪ ਦੀ ਆਪ ਕਦੇ ਕਿਸੇ ਤੋਂ ਕੁਝ ਵੀ ਨਹੀਂ ਹੁੰਦਾ। ਸਿਆਣੇ ਕਹਿੰਦੇ ਆਪ ਦਾ ਸਿਰ ਨਹੀਂ ਗੁੰਦਿਆ ਜਾਂਦਾ ਕਿਸੇ ਤੋਂ। ਹਰੇਕ ਦਾ ਚਾਹੇ ਕੋਈ ਮੁੱਖ ਮੰਤਰੀ ਬਣਦਾ, ਚਾਹੇ ਪ੍ਰਧਾਨ ਮੰਤਰੀ ਬਣਦਾ, ਚਾਹੇ ਕੋਈ ਹੋਰ ਚੀਜ਼ਾਂ ਬਣਦੀਆਂ ਨੇ, ਉਹਦੇ ਫੈਸਲੇ ਪਾਰਟੀਆਂ ਹੀ ਕਰਦੀਆਂ ਹੁੰਦੀਆਂ। ਕਿਉਂਕਿ ਸਾਡੀ ਪਾਰਟੀ ਦੀ ਟਿਕਟ ਤੇ ਇਹ ਮੈਂਬਰ ਜਿੱਤੇ ਹੋਏ ਨੇ ਅਕਾਲੀ ਦਲ ਦੀ ਟਿਕਟ ਤੇ। ਸਾਡਾ ਕੰਮ ਹੁੰਦਾ ਇੱਕ ਉਮੀਦਵਾਰ ਬਣਾਉਣਾ। ਜਿਹੜਾ ਲਿਫਾਫਾ ਕਲਚਰ ਨਾ ਉਹ ਵੀ ਐਵੇਂ ਝੂਠਾ ਡਰਾਮਾ ਹੈ, ਉਹ ਵੀ ਸਾਨੂੰ ਬਦਨਾਮ ਕਰਨ ਦੀ ਇੱਕ ਗੱਲ ਹੈ। ਅਸੀਂ ਪ੍ਰਧਾਨ ਨਹੀਂ ਲਿਫਾਫੇ ਚੋਂ ਨਿਕਲਦਾ, ਕਦੇ ਨਾ ਨਿਕਲਦਾ ਹੁੰਦਾ ਪ੍ਰਧਾਨ ਕਦੇ। ਅਸੀਂ ਆਪਦਾ ਉਮੀਦਵਾਰ ਡਿਕਲੇਅਰ ਕਰਦੇ ਹੁੰਦੇ ਆ। ਇੱਕ ਅਸੀਂ ਕਰਨਾ ਹੀ ਪੈਂਦਾ। ਹੁਣ ਕਿੰਨੇ ਬੰਦੇ ਆ? ਹੁਣ ਦੋ ਤਾਂ ਇਹ ਹੋ ਗਏ ਸੀ ਸਾਡੇ ਜੇ ਉਮੀਦਵਾਰ ਹੁੰਦੇ, ਦੋ ਤਾਂ ਇਹ ਹੋ ਗਏ ਸੀ ਬੀਬੀ ਜਗੀਰ ਕੌਰ ਤੇ ਧਾਮੀ, ਹੋਰ ਵੀ ਕੋਈ ਹੋ ਸਕਦਾ ਸੀ। ਉਮੀਦਵਾਰ ਅਸੀਂ ਆਪਦਾ ਡਿਕਲੇਅਰ ਕਰਦੇ ਹੁੰਦੇ ਕਿ ਸਾਡਾ ਉਮੀਦਵਾਰ ਆ, ਉਹ ਚਿੱਠੀ ਭੇਜਦੇ ਹੁੰਦੇ ਅਸੀਂ ਉੱਥੇ ਹਾਊਸ 'ਚ। ਉਦੋਂ ਬਾਅਦ ਚੁਣਨਾ ਤਾਂ ਹਾਊਸ ਨੇ, ਜਿਹਨੂੰ ਮਰਜ਼ੀ ਚੁਣ ਲੈਣ। ਹੁਣ ਵੀ ਤੁਹਾਡੇ ਸਾਹਮਣੇ ਵੋਟਾਂ ਪਈਆਂ ਪੂਰੇ ਜ਼ੋਰ ਨਾਲ, ਅੱਗੇ ਵੀ ਵੋਟਾਂ ਪੈਂਦੀਆਂ ਨੇ। ਪ੍ਰਧਾਨ ਜਿਹਨੂੰ ਮਰਜ਼ੀ ਚੁਣ ਲਿਆ ਤਾਂ ਹਾਊਸ ਚੁਣਦਾ ਪ੍ਰਧਾਨ ਨੂੰ, ਅਸੀਂ ਤਾਂ ਚੁਣਦੇ ਹੀ ਨਹੀਂ ਹੈਗੇ। ਤੇ ਹਾਊਸ ਜਿਹਨੂੰ ਜੀ ਕਰਦਾ ਚੁਣ ਲਿਆ, ਅਸੀਂ ਕਿਹੜਾ ਰੋਕ ਲਾਈ ਆ ਹਾਊਸ ਦੇ ਕੋਲੇ? ਅਸੀਂ ਕਿਹੜਾ ਵਿੱਚ ਹੁੰਦੇ? ਅਸੀਂ ਤਾਂ ਵਿੱਚ ਵੀ ਨਹੀਂ ਹੁੰਦੇ ਉੱਥੇ ਕਿਤੇ। ਸੋ ਇਸ ਕਰਕੇ ਹਾਊਸ ਨੇ ਚੁਣਨਾ ਹੈ। ਉਦੋਂ ਬਾਅਦ ਜਿਹੜਾ ਕੰਮ ਚੰਗੇ ਕਰਨੇ ਆ ਪ੍ਰਧਾਨ ਨੇ। ਸ਼੍ਰੋਮਣੀ ਕਮੇਟੀ ਵੇਖੋ ਚੰਗੇ ਕੰਮ ਬਹੁਤ ਕਰਦੀ ਹੈ, ਕੋਈ ਦੋ ਰਿਆ ਨਹੀਂ, ਚੰਗੇ ਕੰਮ ਬਹੁਤ ਜ਼ਿਆਦਾ ਨੇ। ਇੱਕ ਗੱਲ ਜ਼ਰੂਰ ਹੈ ਕਿ ਠੀਕ ਹੈ ਤੁਹਾਡੀ ਗੱਲ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਹੁੰਦੇ ਨੇ ਉਹਨਾਂ ਦੀ ਹਾਲਤ ਚੰਗੀ ਹੋਣੀ ਚਾਹੀਦੀ। ਉਹ ਗੁਰੂ ਦਾ ਵਜ਼ੀਰ ਹੁੰਦਾ ਸਹੀ ਮਾਇਨਿਆਂ 'ਚ, ਉਹਨੂੰ ਰੋਟੀ ਤਾਂ ਘੱਟੋ ਘੱਟ ਚੰਗੀ ਮਿਲਣੀ ਚਾਹੀਦੀ ਹੈ। ਕਿਤੇ ਵੀ ਉਹਦੀ ਤਨਖਾਹ ਜਿਹੜੀ 10,000 ਰੁਪਏ ਤੋਂ ਘੱਟ ਨਹੀਂ ਹੋਣੀ ਚਾਹੀਦੀ ਘੱਟੋ ਘੱਟ। ਇਹ ਵੀ ਥੋੜੀ ਗਿਣਦਾ ਮੈਂ, ਚਲੋ 10,000 ਨਾਲ ਰੋਟੀ ਜੀ ਖਾ ਸਕਦਾ, ਲੰਗਰ ਪਾਣੀ ਗੁਰਦੁਆਰੇ 'ਚੋਂ ਖਾ ਲੈਂਦਾ, ਚੱਲ ਜਾਂਦਾ। ਮੈਂ ਤੁਹਾਡੇ ਨਾਲ ਸਹਿਮਤ ਹੈਗਾ ਇਸ ਗੱਲ ਦੇ ਉੱਤੇ। ਜਿਹੜੇ ਤਾਂ ਹੈਗੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ, ਉਹਨਾਂ ਦੀ ਤਾਂ ਸਾਰਿਆਂ 'ਚ ਤਨਖਾਹ ਹੈਗੀ ਹੈ, ਇਦੋਂ ਜ਼ਿਆਦਾ ਹੀ ਹੈ ਸਾਰਿਆਂ। ਜਿਹੜੇ ਹੈਗੇ ਆਪਣੇ ਗੁਰਦੁਆਰੇ ਲੋਕਾਂ ਦੇ ਬਣਾਏ ਹੋਏ ਆ, ਜਾਂ ਸੰਸਥਾਵਾਂ ਦੇ ਆ, ਜਾਂ ਜਥੇਬੰਦੀਆਂ ਦੇ ਆ, ਜਾਂ ਭਾਈਚਾਰੇ ਦੇ ਆ, ਉਹਨਾਂ ਦਾ ਹੁਣ ਸਾਡੇ ਕੋਲ ਇਲਾਜ ਕੋਈ ਨਹੀਂ ਹੈਗਾ। ਵੈਸੇ ਤਾਂ ਜਿਸ ਕਾਰਨ ਸੋ ਜੀ ਵੇਲਾ ਆ ਗਿਆ ਹੁਣ ਹਰੇਕ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਤੇ ਇੱਕੋ ਹੀ ਸ਼ਮਸ਼ਾਨ ਘਾਟ ਹੋਣਾ ਚਾਹੀਦਾ। ਬਹੁਤ ਸੋਹਣੀ ਗੱਲ। ਜੇ ਕੋਈ ਵੱਡਾ ਪਿੰਡ ਹੈ, ਜਿਵੇਂ ਆਪਣਾ ਵੱਡਾ ਕੋਠਾ ਵੱਡਾ, ਹੋਰ ਵੱਡੇ ਨੇ,
ਉੱਥੇ ਸ਼ਮਸ਼ਾਨ ਘਾਟ 2 ਵੀ ਹੋ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਹੋਣ ਸਾਂਝੇ। ਇਹ ਨਹੀਂ ਕਿ ਆ ਮਜਬੀਆਂ ਦਾ ਸ਼ਮਸ਼ਾਨ ਘਾਟ ਆ, ਜੱਟਾਂ ਦਾ ਸ਼ਮਸ਼ਾਨ ਘਾਟ ਆ, ਦਲਿਤ ਵੀਰਾਂ ਦਾ ਜਾਂ ਹਿੰਦੂਆਂ ਦਾ, ਇਹ ਨਹੀਂ ਚਾਹੀਦਾ। ਸਾਰਾ ਵੇਖੋ, ਸਾਡਾ ਤਾਂ ਮਾਨਵਤਾ, ਗੁਰੂ ਸਾਹਿਬ ਨੇ ਤਾਂ ਸਾਨੂੰ ਇਕੱਠੇ ਕੀਤਾ ਸਾਰਿਆਂ ਨੂੰ, ਜਾਤ ਪਾਤ ਤਾਂ ਫਰਕ ਹੀ ਨਹੀਂ ਰੱਖਿਆ ਕੋਈ। ਸਿੱਖ ਕੌਮ 'ਚ ਤਾਂ ਜਾਤ ਪਾਤ ਹੈ ਹੀ ਨਹੀਂ। ਸੋ ਇਸ ਕਰਕੇ ਸਾਨੂੰ ਕਦੇ ਵੀ ਇਹ ਜਾਤ ਪਾਤ ਵਾਲੀਆਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਪਰ ਹੁਣ ਇੱਕ ਪਿੰਡ 'ਚ 5-5 ਗੁਰਦੁਆਰੇ ਆ, ਕਈਆਂ 'ਚ ਤਾਂ ਜ਼ਿਆਦਾ ਵੀ ਹੈਗੇ, 4-4 5-5 ਤਾਂ ਬਹੁਤ ਪਿੰਡਾਂ 'ਚ ਹੈ। ਆਪਣੇ ਕੋਲੇ ਆ ਘਣੀਆਂ, ਨਿੱਕਾ ਜਿਹਾ ਪਿੰਡ ਆ, 3 ਗੁਰਦੁਆਰੇ ਬਣਾਈ ਬੈਠੇ ਆ। ਸੋ ਇਹ ਗੁਰਦੁਆਰਾ ਜੇ ਇੱਕ ਹੋ ਜਾਏ, ਫਿਰ ਸ਼੍ਰੋਮਣੀ ਕਮੇਟੀ ਮਾਲੀ ਮਦਦ ਕਰ ਵੀ ਸਕਦੀ ਹੈ। ਕਈ ਥਾਈਂ ਹੁਣ ਅਸੀਂ ਥੋੜੀ ਬਹੁਤੀ ਕਰਦੇ ਵੀ ਆ, ਇਹ ਸਾਨੂੰ ਮਿਲੇ ਵੀ ਹੈ ਕਈ ਵਾਰੀ, ਗ੍ਰੰਥੀ ਜਿਹੜੇ ਹੈਗੇ ਉਹ ਮਿਲੇ ਵੀ ਹੈ ਕਈ ਵਾਰੀ, ਸਾਡੀ ਹੈਲਪ ਕੀਤੀ ਜਾਵੇ ਕਿਵੇਂ ਨਾ ਕਿਵੇਂ। ਸੋ ਗੁਰਦੁਆਰਾ ਜੇ ਕਿਤੇ ਇੱਕ ਹੋ ਜੇ ਨਾ ਸਾਰੇ ਪਿੰਡਾਂ 'ਚ, ਫਿਰ ਸਾਨੂੰ ਸੌਖਾ ਹੈ ਉਹਨਾਂ ਦੀ ਮਦਦ ਕਰਨਾ। ਫਿਰ ਵੈਸੇ ਵੀ ਉਹਦਾ ਖਰਚਾ ਨਿਕਲ ਆਇਆ ਕਰੂਗਾ। ਹੁਣ ਜੇ 3-3 ਗੁਰਦੁਆਰੇ ਤੇ ਨਿੱਕਾ ਜਿਹਾ ਪਿੰਡ ਆ, ਹੁਣ ਇੱਥੇ ਆਪਣੇ ਕੋਲੇ ਲੈ ਲਓ ਵੀ, ਇੱਥੇ ਕਿੱਥੋਂ ਹੁੰਦੀ ਇੰਨੀ ਆਮਦਨ, ਕਿੱਥੋਂ ਆਊਗੀ? ਬੰਦੇ ਤਾਂ ਉਹੀ ਹੈ ਨਾ, ਉਨੇ ਕੀ ਹੈ ਨਾ ਉੱਥੇ। ਹੁਣ ਆਪਣੇ ਪਿੰਡ ਇੱਕ ਹੈ, ਵਧੀਆ ਚੱਲਦਾ। ਸੋ ਇਸ ਕਰਕੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ, ਐਵੇਂ ਰੀਸੋ ਰੀਸ ਪ੍ਰਧਾਨ ਬਣਨ ਦੀ ਖਾਤਰ ਗੁਰਦੁਆਰੇ ਨਹੀਂ ਬਣਾਉਣੇ ਚਾਹੀਦੇ। ਗੁਰਦੁਆਰਾ ਪਿੰਡ 'ਚ ਇੱਕੋ ਹੀ ਹੋਵੇ ਸਾਰੇ, ਤੇ ਸਾਰੇ ਉਹਨੂੰ ਮੰਨਣ, ਸਾਰੇ ਦੁੱਖ ਸੁੱਖ ਦੇ ਵਿੱਚ ਉੱਥੇ ਜਾਣ। ਫਿਰ ਜੇ ਕੋਈ ਪ੍ਰੋਬਲਮ ਆਊਗੀ ਤਾਂ ਫਿਰ ਸ਼੍ਰੋਮਣੀ ਕਮੇਟੀ ਜ਼ਰੂਰ ਮਦਦ ਕਰੂਗੀ। ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਬਜਟ ਆ ਪੰਜਾਬ ਸਰਕਾਰ ਦੇ ਬਰਾਬਰ ਦਾ ਕਿਹਾ ਇਹ ਗੱਲ ਹੁੰਦੀ ਹੈ ਹਨਾ। ਆਪਾਂ ਵੇਖਦੇ ਆ ਜਿੰਨਾ ਕੁ ਪੰਜਾਬ ਸਰਕਾਰ ਦਾ ਬਜਟ ਹੁੰਦਾ, ਉਨਾ ਹੀ ਬਜਟ ਸ਼੍ਰੋਮਣੀ ਕਮੇਟੀ ਦਾ। ਪਰ ਅੱਜ ਤੱਕ ਪ੍ਰਚਾਰ ਵਾਸਤੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਨਹੀਂ ਬਣਾ ਸਕੀ, ਕੇਵਲ PTC ਪੰਜਾਬੀ ਹੀ ਕਿਉਂ? ਕਈ ਗੱਲਾਂ ਤੇ ਚੰਗਾ ਹੋ ਗਿਆ ਤੁਸੀਂ ਇਹ ਸਵਾਲ ਕਰ ਲਿਆ। ਇੱਕ ਕਹਿੰਦਾ ਮੈਂ ਤੁਹਾਨੂੰ ਵੀ ਦੱਸ ਦਿਆਂ, ਤੂੰ ਸਾਡੇ ਪੱਤਰਕਾਰ ਵੀ ਹੋ ਗਿਆ, ਬੱਚਿਆਂ ਵਰਗਾ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਜਿੰਨਾ ਹੈ, ਤੇ ਫਿਰ ਸ਼ਰਾਰਤ ਕਰਦੇ ਨਹੀਂ ਕੁਝ। ਜੇ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਜਿੰਨਾ ਹੋਵੇ, ਫਿਰ ਸਾਨੂੰ ਤਾਂ ਸਰਕਾਰ ਦੀ ਲੋੜ ਹੀ ਨਹੀਂ ਹੈਗੀ, ਅਸੀਂ ਕਰਾਉਣਾ ਸਰਕਾਰ ਤੋਂ। ਫਿਰ ਜਦੋਂ ਤੁਸੀਂ ਹੈਰਾਨੀ ਹੋਊਗੀ ਵੀ ਸ਼੍ਰੋਮਣੀ ਕਮੇਟੀ ਦਾ ਬਜਟ ਪਤਾ ਕਿੰਨਾ ਹੈ? ਸਿਰਫ 800 ਕਰੋੜ। ਸਿਰਫ 800 ਕਰੋੜ। ਕਿਸੇ ਮਹਿਕਮੇ ਦਾ ਬਜਟ ਆ ਜਿਹੜਾ, ਕਿਸੇ ਮਹਿਕਮੇ ਦਾ ਵੀ ਪੰਜਾਬ ਦੇ ਜਿੰਨੇ ਮਹਿਕਮੇ ਆਪਣੇ, ਘੱਟੋ ਘੱਟ ਜਿਹੜਾ ਹਰੇਕ ਮਹਿਕਮੇ ਦਾ ਬਜਟ 1000-1500 ਕਰੋੜ ਤੋਂ ਘੱਟ ਕਿਸੇ ਦਾ ਨਹੀਂ ਹੈਗਾ। 2000 ਕਰੋੜ, 1500, 3000 ਕਰੋੜ, ਇੰਨਾ ਜਿਵੇਂ ਆਪਣਾ ਬਿਜਲੀ ਬੋਰਡ ਹੀ ਲੈ ਲਓ, ਬੜਾ ਛੋਟਾ ਇੱਕ ਬਿਜਲੀ ਬੋਰਡ ਹੈ, ਉਹਦਾ ਬਜਟ ਵੀ ਗੁਰਦੁਆਰੇ ਨਾਲੋਂ ਕਈ ਗੁਣੇ ਵੱਡਾ ਹੈ। ਕੋਈ ਮਹਿਕਮਾ ਨਹੀਂ ਇਹੋ ਜਿਹਾ ਵੀ ਜਿਹਦਾ ਬਜਟ ਸ਼੍ਰੋਮਣੀ ਕਮੇਟੀ ਨੂੰ 5-6 ਗੁਣਾ ਵੱਡਾ ਨਾ ਹੋਵੇ। ਕੋਈ ਮਹਿਕਮਾ ਵੀ ਨਹੀਂ, ਜਿਹੜਾ ਮਰਜ਼ੀ ਲਿਆਓ ਮੇਰੇ ਕੋਲੇ, ਤੁਸੀਂ ਪਤਾ ਕਰਕੇ ਅੱਗੇ ਨੂੰ ਫਿਰ ਆਪਾਂ ਕਰ ਲਾਂਗੇ ਇਸ ਮਸਲੇ ਤੇ। ਬਹੁਤ ਛੋਟਾ ਬਜਟ ਹੈ ਸ਼੍ਰੋਮਣੀ ਕਮੇਟੀ ਦਾ। ਇਹ ਚਰਚਾ ਚੱਲਦੀ ਹੈ, ਤੁਹਾਡੇ ਨਹੀਂ ਕੋਈ ਬਸ, ਇਹ ਆਮ ਹੀ ਚੱਲਦੀ ਰਹਿੰਦੀ ਹੈ ਜੀ। ਜਾਣ ਕੇ ਜਿਹੜੇ ਪ੍ਰਚਾਰ ਕਰਦੇ ਆ ਨਾ ਸਾਡੇ ਵਿਰੋਧੀ, ਉਹ ਜੀ ਵੇਖੋ ਜੀ ਐਡਾ ਵੱਡਾ ਬਜਟ ਹੈ ਜੀ, ਇਹ ਕਰਦੇ ਨਹੀਂ ਕੁਛ। ਉਹਦੇ ਬਾਵਜੂਦ ਵੀ ਜਿੰਨਾ ਕੰਮ ਸ਼੍ਰੋਮਣੀ ਕਮੇਟੀ ਕਰਦੀ ਹੈ, ਸਾਡਾ ਤੁਸੀਂ ਇੱਕ ਰਸਾਲਾ ਇੱਕ ਲਵਾ ਲਓ ਸ਼੍ਰੋਮਣੀ ਕਮੇਟੀ ਦਾ, ਹਰ ਮਹੀਨੇ ਦੇ ਮਹੀਨੇ ਆਉਂਦਾ ਹੈ, ਉਹਦੇ ਸਾਰਾ ਬਜਟ ਵੀ ਆਉਂਦਾ ਹੁੰਦਾ, ਖਰਚੇ ਵੀ ਆਉਂਦੇ ਆ, ਆਮਦਨ ਖਰਚੇ ਸਾਰਾ ਕੁਝ ਆਉਂਦਾ ਉਹਦੇ ਕੋਲੇ। ਜਿਹੜੇ ਪਿੰਡੂ ਗੁਰਦੁਆਰੇ ਆ, ਜਿਵੇਂ ਆਪਣਾ ਗੁਰਦੁਆਰਾ, ਇਹ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ। ਇੱਥੋਂ ਸਿਰਫ ਦਸਵੰਧ ਲਿਜਾਂਦੀ ਹੈ ਸ਼੍ਰੋਮਣੀ ਕਮੇਟੀ, ਬਾਕੀ ਪੈਸਾ ਨਹੀਂ ਲਿਜਾਂਦੀ ਕੋਈ। ਉਹ ਸਾਰੇ ਪੈਸੇ ਇੱਥੇ ਹੀ ਰਹਿੰਦੇ ਨੇ। ਸ਼੍ਰੋਮਣੀ ਕਮੇਟੀ ਕੋਲ ਤਾਂ ਸਿਰਫ ਹਰਿਮੰਦਰ ਸਾਹਿਬ ਦੀ ਜਿਹੜੀ ਆਮਦਨ ਆ ਉਹੀ ਆ ਉੱਥੇ, ਜਿਹੜੀ ਉੱਥੇ ਆ। ਬਾਕੀ ਤਾਂ ਚਾਹੇ ਤਖਤ ਦਮਦਮਾ ਸਾਹਿਬ ਹੈ, ਚਾਹੇ ਕੋਈ ਹੋਰ ਗੁਰਦੁਆਰੇ ਨੇ, ਇਹਨਾਂ ਤੋਂ ਦਸਵੰਧ ਹੀ ਲਿਜਾਂਦੀ ਹੈ ਸ਼੍ਰੋਮਣੀ ਕਮੇਟੀ, ਹੋਰ ਨਹੀਂ ਕੋਈ ਪੈਸਾ ਲਿਜਾਂਦੀ। ਉਹ ਪੈਸੇ ਇੱਥੇ ਰਹਿੰਦੇ ਨੇ, ਇਹ ਲਾਉਂਦੇ ਨੇ ਆਪਦਾ ਕੰਮ ਇਹੀ ਚਲਾਉਂਦੇ ਨੇ। ਪਰ ਉਹਦੇ ਬਾਵਜੂਦ ਵੀ ਬਹੁਤ ਵੱਡਾ ਪੈਸਾ ਧਰਮ ਪ੍ਰਚਾਰ ਤੇ ਕੱਢਿਆ ਜਾਂਦਾ। ਕਿੰਨੇ ਮੁਲਾਜ਼ਮ ਕੰਮ ਕਰਦੇ ਨੇ, ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ। ਘੱਟੋ ਘੱਟ 70-80 ਸਕੂਲ ਤੇ ਕਾਲਜ ਚੱਲਦੇ ਨੇ, ਜਿਨ੍ਹਾਂ ਦੇ ਸਾਰੇ ਤਕਰੀਬਨ 7-8 ਹੀ ਨਫੇ 'ਚ ਹੈ, ਬਾਕੀ ਸਾਰੇ ਹੀ ਘਾਟੇ 'ਚ ਹੈ। ਸਾਰਿਆਂ ਨੂੰ ਪੈਸੇ ਉਹ ਵੀ ਸ਼੍ਰੋਮਣੀ ਕਮੇਟੀ ਦਿੰਦੀ ਹੈ। 2 ਯੂਨੀਵਰਸਿਟੀਆਂ ਚੱਲਦੀਆਂ ਨੇ, ਇੱਕ ਬਾਬਾ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਇੱਕ ਉੱਥੇ ਮੈਡੀਕਲ ਅੰਮ੍ਰਿਤਸਰ ਵਾਲੀ ਤਾਂ ਕਾਮਯਾਬ ਹੈ। ਇਹਨੂੰ ਵੀ ਤਾਂ ਅਸੀਂ ਆਏ ਸਾਲ ਪਤਾ ਨਹੀਂ 10-12 ਕਰੋੜ ਇਹਨੂੰ ਦਿੰਦੇ ਹਾਂ, ਆਏ ਸਾਲ ਉੱਥੋਂ ਅੰਮ੍ਰਿਤਸਰੋਂ ਹੀ ਦਿੰਦੇ ਹਾਂ। ਜਾਣੀ ਇਹ ਸਿਸਟਮ ਹੈਗਾ ਸਾਰਾ। ਮੈਡੀਕਲ ਕਾਲਜ ਹੋ ਸਾਰਾ ਜਿੰਨਾ ਕਰਕੇ, ਇਹ ਸਾਰਿਆਂ ਨੂੰ ਪੈਸੇ ਵੀ ਉੱਥੋਂ ਹੀ ਦਿੰਦੇ ਆ ਸਾਰੇ। ਉਹ ਇੰਨਾ ਕੋਈ ਜ਼ਿਆਦਾ ਨਹੀਂ ਹੈਗਾ, ਬਹੁਤ ਥੋੜਾ ਬਜਟ ਹੈਗਾ। ਹੁਣ ਤਾਂ ਗੁਰੂ ਦੀ ਕਿਰਪਾ ਹੈ, ਸਾਨੂੰ ਇੱਕ ਵਾਰ ਤਾਂ ਸਮੱਸਿਆ ਖੜੀ ਹੋ ਗਈ ਸੀ ਜਦੋਂ ਕੋਵਿਡ ਚੱਲਦਾ ਸੀ, ਤਨਖਾਹਾਂ ਦੇਣ ਦੀ ਸਮੱਸਿਆ ਖੜੀ ਹੋ ਗਈ ਸੀ। ਸਾਲ ਸਾਥੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਮੁਲਾਜ਼ਮਾਂ ਨੂੰ, ਇਹਨਾਂ ਨੂੰ ਟੀਚਰਾਂ ਨੂੰ ਖਾਸ ਕਰਕੇ। ਤੇ ਕੋਵਿਡ ਤੋਂ ਬਾਅਦ ਹੁਣ ਚੰਗੀ ਪੋਜੀਸ਼ਨ ਆ ਉੱਥੇ। ਸਾਡੇ ਕੋਲ ਆਮਦਨ ਤਾਂ ਮੱਥਾ ਟਿਕਾਈ ਦੀ ਹੈ ਜ਼ਿਆਦਾ, ਹੋਰ ਕੋਈ ਬਹੁਤੀ ਆਮਦਨ ਕਿਤੋਂ ਨਹੀਂ ਹੈਗੀ। ਜਿਹੜੇ ਬਾਕੀ ਗੁਰਦੁਆਰੇ ਉਹ ਤਾਂ ਆਪਣੇ ਕੋਲ ਹੀ ਰੱਖਦੇ ਆਮਦਨ, ਉੱਥੇ ਤਾਂ ਦਸਵੰਧ ਹੀ ਜਾਂਦਾ ਇਕੱਲਾ। ਤੇ ਧਰਮ ਪ੍ਰਚਾਰ ਤੇ ਸਾਰਾ ਮੈਂ ਤੁਹਾਨੂੰ ਸਾਰਾ ਡਾਟਾ ਜਿਹੜੇ ਕਹੋ ਸਾਲ ਦੇ ਸਾਲ ਦਾ ਮੰਗਾ ਦੇਣਾ, ਜਦੋਂ ਮਰਜ਼ੀ ਪੜ੍ਹ ਲਿਓ ਤੁਸੀਂ। ਨਹੀਂ ਤਾਂ ਇੱਕ ਰਸਾਲਾ ਆਉਂਦਾ ਸ਼੍ਰੋਮਣੀ ਕਮੇਟੀ ਦਾ ਮਹੀਨੇ ਦੇ ਮਹੀਨੇ, ਉਹਦੇ ਸਾਰਾ ਕੁਝ ਲਿਖਿਆ ਹੁੰਦਾ, ਪੜ੍ਹ ਲਿਆ ਕਰੋ। ਤਾਂ ਹੀ ਕਰਕੇ ਚੈਨਲ ਨਹੀਂ ਖੜਾ ਫਿਰ ਕਰ ਸਕਿਆ ਆਪਦਾ। ਨਹੀਂ, ਚੈਨਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਚੈਨਲ ਖੜਾ ਕਰ ਸਕਦੇ। ਚੈਨਲ ਤਾਂ ਕੋਈ ਘਾਟੇ ਵਾਲਾ ਸੌਦਾ ਨਹੀਂ। ਇੱਕ ਗਲਤਫਹਿਮੀ ਇਹ ਵੀ ਲੋਕਾਂ ਨੂੰ ਹੈਗਾ, ਪਹਿਲਾਂ ਚੈਨਲ ਚੱਲਦਾ ਹੁੰਦਾ ਸੀਗਾ, ਹਾਲੇ ਸ਼੍ਰੋਮਣੀ ਕਮੇਟੀ ਨੇ ਤਾਂ ਨਹੀਂ ਆਪਦਾ ਚਲਾਇਆ। ਪਹਿਲਾਂ ETC ਸੀ, ਫਿਰ ਇੱਕ ਹੋਰ ਵੀ ਹੁੰਦਾ ਸੀ, ਸ਼ਾਇਦ ਉਹਦਾ ਨਾਂ ਸੀਗਾ ਵੱਲਾ ਜਿਹਾ ਮੇਰੇ ਮੂੰਹ ਤੇ ਫਿਰਦਾ। 3-4 ਚੈਨਲਾਂ ਕੋਲੇ ਪਹਿਲਾਂ ਹੋਰ ਸੀਗਾ, ਇਹ ਸ਼ਾਇਦ ਪਹਿਲਾਂ ਜੀ ਨਿਊਜ਼ ਕੋਲੇ ਵੀ ਸੀਗਾ ਇੱਕ ਵਾਰੀ, ਇਹਨਾਂ ਕੋਲੇ ਵੀ ਰਿਹਾ। ਇਹ ਛੱਡ ਕੇ ਭੱਜ ਗਏ ਸੀ ਸਾਰੇ, ਆਪ ਵੀ ਅਸੀਂ ਨਹੀਂ ਚਲਾਉਂਦੇ, ਭੱਜ ਗਏ ਸੀ ਸਾਰੇ ਛੱਡ ਕੇ। ਆਪਾਂ ਜਿਹੜੀ PTC ਹੈ, ਸ਼ਾਇਦ ਲੋਕਾਂ ਨੂੰ ਇਹ ਭੁਲੇਖਾ ਹੋਊਗਾ, ਮੈਂ ਤੁਹਾਡੇ ਜਾਣਕਾਰੀ ਲਈ ਇਹ ਵੀ ਦੱਸ ਦਿਆਂ ਕਿ ਵੀ PTC ਸ਼ਾਇਦ ਸ਼੍ਰੋਮਣੀ ਕਮੇਟੀ ਤੋਂ ਕੋਈ ਪੈਸਾ ਲੈਂਦੀ ਹੈ।
ਸ਼੍ਰੋਮਣੀ ਕਮੇਟੀ ਤੋਂ ਪੀਟੀਸੀ ਕੋਈ ਪੈਸਾ ਨਹੀਂ ਲੈਂਦੀ, 1 ਪੈਸਾ ਵੀ ਇਹ ਗੱਲ ਵੀ ਕਲੀਅਰ ਕਰਤੀ ਹੈ ਮਲੂਕਾ ਸਾਹਿਬ ਨੇ। ਹੁੰਦਾ ਸੀਗਾ ਇਹ ਗੱਲ ਵੀ ਪੀਟੀਸੀ ਨੂੰ ਦਿੱਤੇ ਜਾਂਦੀ ਹੈ ਗੁਰਬਾਣੀ ਨਾ ਕੀਤੀ ਜਾਂਦੀ ਹੈ। ਨਾ 1 ਵੀ ਪੈਸਾ ਨਹੀਂ ਲੈਂਦੀ ਪੀਟੀਸੀ ਸ਼੍ਰੋਮਣੀ ਕਮੇਟੀ ਤੋਂ, ਦਿੰਦੀ ਹੈ 1.5 ਕਰੋੜ ਰੁਪਇਆ ਸਾਲ ਦਾ ਜੀ। 1.5 ਕਰੋੜ ਰੁਪਇਆ ਸ਼੍ਰੋਮਣੀ ਕਮੇਟੀ ਨੂੰ ਦਿੰਦੀ ਹੈ ਪੀਟੀਸੀ, ਲੈਂਦੀ ਨਹੀਂ ਕੋਈ ਪੈਸਾ ਜੀ, ਬਿਲਕੁਲ ਹੀ ਨਹੀਂ ਲੈਂਦੀ। ਐਂ ਵੀ ਕਹਿ ਦਿੰਦੇ ਵੀ ਬਾਦਲ ਸਾਹਿਬ ਦਾ ਚੈਨਲ ਹੈ। ਨਹੀਂ ਮੇਰਾ ਮਤਲਬ ਸੇਵਾ ਹੀ ਕਰਦੇ ਆ, ਲੈਂਦੇ ਨਹੀਂ ਪੈਸਾ, ਦਿੰਦੇ ਆ। ਜੀ 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 ਹੁਣ ਤਾਂ ਇਹ ਸੀ ਕਦੇ ਨਹੀਂ ਕੋਈ ਪੈਸਾ ਲੈਂਦੇ ਆ ਸ਼੍ਰੋਮਣੀ ਕਮੇਟੀ। ਇਹ ਗੱਲ ਚੱਲਦੀ ਸੀ ਮਲੂਕਾ ਤੁਸੀਂ ਹੋਰ ਦੱਸਦਾ ਥੋੜੀ ਜਾਣਕਾਰੀ ਲਈ। ਬਾਕੀ ਜਿਹੜੇ ਚੈਨਲ ਨੇ, ਕੋਈ ਪਟਨਾ ਸਾਹਿਬ ਨੂੰ ਰਿਲੇ ਕਰਦਾ, ਕੋਈ ਦਿੱਲੀ ਨੂੰ ਰਿਲੇ ਕਰਦਾ, ਕੋਈ ਪਟਿਆਲੇ ਨੂੰ ਰਿਲੇ ਕਰਦਾ, ਕੋਈ ਹਜੂਰ ਸਾਹਿਬ ਤੋਂ ਕਰਦਾ, ਉਹ ਸਾਰੇ ਲੈਂਦੇ ਆ ਜਿਸ ਕਾਰਨ ਸਿਆ। ਮੈਂ ਤੁਹਾਨੂੰ ਉਹ ਵੀ ਡਿਟੇਲ ਆ ਦੂੰ ਕਿੰਨੇ ਕਿੰਨੇ ਲੈਂਦੇ ਆ ਜੀ, ਉਹ ਸਾਰੇ ਲੈਂਦੇ ਆ। ਅਸੀਂ ਇਹ ਪੀਟੀਸੀ ਦਿੰਦੀ ਹੈ ਜੀ, ਇਹ ਕੋਲੋਂ ਦਿੰਦੇ ਆ ਪੈਸੇ ਸ਼੍ਰੋਮਣੀ ਕਮੇਟੀ ਨੂੰ, ਲੈਂਦੇ ਨਹੀਂ ਕੋਈ ਵੀ ਪੈਸਾ ਜੀ। ਇਹ ਨਵੀਂ ਗੱਲ ਤੈਨੂੰ ਜਾਣਕਾਰੀ ਲਈ ਦੱਸ ਦਿਆਂ, ਕਈ ਗੱਲਾਂ ਦਾ ਪਤਾ ਨਹੀਂ ਹੁੰਦਾ। ਇਹ ਬਾਕੀ ਚੈਨਲ ਵਾਲੇ ਉਹਨਾਂ ਤੋਂ ਲੈਂਦੇ ਆ, ਇੱਥੇ ਸੇਵਾ ਕਰਦੇ ਦਿੰਦੇ ਆ, ਕੋਈ ਪੈਸਾ ਨਹੀਂ। ਬਾਕੀ ਜਿਹੜੀ ਪੀਟੀਸੀ ਆ, ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਨੂੰ ਗੁਰਬਾਣੀ ਸੁਣਾਉਂਦੀ ਹੈ, ਬਾਕੀ ਚੈਨਲ ਤਾਂ ਉੱਥੇ ਤਿਆਰ ਹੀ ਨਹੀਂ ਕਰਨ ਨੂੰ। ਕਹਾ ਦੇ ਕਿਹੜਾ ਚੈਨਲ ਕਹੂਗਾ ਮੈਂ ਵਿਦੇਸ਼ ਚ ਜਿਵੇਂ ਪੀਟੀਸੀ ਕਰਦੀ ਹੈ ਮੁਫਤ ਉਵੇਂ ਕਰਦੇ, ਕੋਈ 1.5 ਕਰੋੜ ਰੁਪਇਆ ਦੇਣ ਸ਼੍ਰੋਮਣੀ ਕਮੇਟੀ ਨੂੰ, ਤੇ ਬਾਹਰ ਉਹ ਚੈਨਲ ਜਿਵੇਂ ਟਾਈਮ ਦੇ ਬਾਈ ਉਹਨਾਂ ਨੂੰ ਦੋਨੇ ਟਾਈਮਾਂ ਤੇ ਉਸ ਵੇਲੇ ਤੜਕੇ ਵੇਲੇ ਉਹਨਾਂ ਨੂੰ ਆਪਾਂ ਗੁਰਬਾਣੀ ਟਾਈਮ ਨਾਲ ਦੇਣੀ ਹੈ, ਤਾਂ ਮੰਨਣ ਦੇਣ ਨੂੰ ਕੋਈ ਮੰਨਦਾ ਹੀ ਨਹੀਂ, ਕੋਈ ਨਹੀਂ ਕਰਨ ਨੂੰ ਤਿਆਰ ਬਾਹਰਲੇ ਮੁਲਕਾਂ 'ਚ ਜੀ। ਬਹੁਤ ਵੱਡਾ ਹੈਗਾ ਬਾਹਰਲੇ ਮੁਲਕਾਂ 'ਚ ਸਿਸਟਮ ਹੈ ਜਿਹੜਾ, ਇਹਦੇ 'ਚੋਂ ਨਹੀਂ ਤਾਂ ਸੇਵਾ ਹੈ ਕਿਸਮ ਦੀ, ਲੈਂਦੀ ਨਹੀਂ ਪੀਟੀਸੀ ਕੋਈ ਵੀ ਸ਼੍ਰੋਮਣੀ ਕਮੇਟੀ ਤੋਂ ਕੋਈ ਪੈਸਾ ਨਹੀਂ ਲੈਂਦੀ ਜੀ। ਸੋ ਜਿਹੜੇ ਸਵਾਲ ਉੱਠ ਰਹੇ ਸੀਗੇ ਉਹ ਆਪਾਂ ਸਾਰੇ ਚੰਗਾ ਹੋ ਗਿਆ, ਕੁਝ ਗੱਲਾਂ ਤੁਸੀਂ ਕੀਤੀਆਂ, ਵਧੀਆ ਹੋ ਗਿਆ ਸੀਗਾ, ਗੱਲਬਾਤ ਕੀਤੀ ਆ। ਸੋ ਮਲੂਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਕੀਮਤੀ ਸਮਾਂ ਕੱਢਿਆ ਤੁਸੀਂ। ਤੁਹਾਡਾ ਵੀ ਜਸਕਰਨ ਸਿੰਘ ਜੀ ਆਇਆਂ ਨੂੰ। ਸੋ ਇਹੋ ਜਿਹੇ ਜਿਹੜੇ ਮਸਲੇ ਤੁਹਾਡੇ ਮਨ ਦੇ ਵਿੱਚ ਕੋਈ ਆਉਂਦੇ ਆ, ਕੋਈ ਸ਼ੰਕਿਆ ਹੁੰਦੀਆਂ, ਜਿੰਨੀ ਕੁ ਮੈਨੂੰ ਨੌਲੇਜ ਹੈ ਜਾਂ ਜਿੰਨਾ ਕੁ ਮੈਨੂੰ ਪਤਾ ਹੈ, ਕਿਉਂਕਿ ਪਹਿਲਾਂ ਸਾਨੂੰ ਵੀ ਸ਼ੰਕਿਆ ਸੀਗੀ ਕਿ ਸ਼ਾਇਦ ਪੀਟੀਸੀ ਦੀ ਪੈਸੇ ਲੈਂਦੀ ਹੈ ਸ਼੍ਰੋਮਣੀ ਕਮੇਟੀ ਤੋਂ, ਤੇ ਅਸੀਂ ਵੀ ਉਹਨਾਂ ਨੂੰ ਕਿਹਾ ਸੀ ਵੀ ਯਾਰ ਆਪਾਂ ਇਹ ਕੰਮ ਬੰਦ ਕਰੋ, ਆਪਾਂ ਨਹੀਂ ਕਰਨਾ ਹੈਗਾ, ਜਿਹੜਾ ਤੁਹਾਡੇ ਨਾਲ ਲੱਗਦਾ ਹੋਵੇ ਚੀਜ਼ ਉਹ ਨਹੀਂ ਆਪਾਂ ਕਰਨੀ ਹੈਗੀ। ਉਹ ਫਿਰ ਸਾਨੂੰ ਤਾਂ ਉਹ ਜਿਹੜਾ ਐਮਡੀ ਆ ਨਰੈਣਨ, ਉਹਨੇ ਦੱਸਿਆ, ਉਹ ਕਹਿੰਦਾ ਆਪਾਂ ਤਾਂ ਦਿੰਨੇ ਆ ਸ਼੍ਰੋਮਣੀ ਕਮੇਟੀ ਨੂੰ, ਲੈਂਦੇ ਥੋੜ੍ਹਾ ਆਪਾਂ ਤਾਂ ਕਦੇ ਵੀ ਨਹੀਂ ਪੈਸਾ ਲਿਆ, ਆਪਾਂ ਤਾਂ ਦਾਨ ਕਰਦੇ ਹਾਂ। ਸਗਾ ਆਪਾਂ ਕਿਵੇਂ ਲੈ ਲਾਂਗੇ ਸ਼੍ਰੋਮਣੀ ਕਮੇਟੀ ਤੋਂ ਪੈਸੇ, ਜਾਂ ਗੁਰੂ ਘਰ ਦੇ ਪੈਸੇ ਆਪਾਂ ਲੈ ਲਾਂਗੇ, ਸੇਵਾ ਕਰਦੇ ਹਾਂ ਆਪਾਂ ਤਾਂ ਇਕੱਲੇ। ਤੇ ਇਸ ਕਰਕੇ ਕਿ ਲੋਕੀ ਜਾਣਬੁੱਝ ਕੇ ਪ੍ਰਚਾਰ ਕਰਕੇ ਨਾ ਭਰਮ ਭੁਲੇਖੇ ਪਾਉਂਦੇ ਆ। ਪਹਿਲਾਂ ਇਹੀ ਚੈਨਲ ਸਾਰੇ ਛੱਡ ਕੇ ਭੱਜੇ ਵੇ, ਇਹਨਾਂ ਕੋਲ ਹੀ ਹੁੰਦੀ ਸੀ ਪਹਿਲਾਂ ਸੇਵਾ। ਜੀ ਜੀ, ਸੋ ਧੰਨਵਾਦ ਮਲੂਕਾ ਸਾਹਿਬ ਤੁਹਾਡਾ ਵੀ ਜੀ ਆਇਆਂ ਨੂੰ ਜਸਕਰਨ ਸਿੰਘ ਜੀ, ਬਹੁਤ ਵਧੀਆ ਆਪਾਂ ਗੱਲਾਂ ਬਾਤਾਂ ਕੀਤੀਆਂ, ਕਾਫੀ ਭਰਮ ਭੁਲੇਖੇ ਨਿਕਲਣਗੇ। ਤੁਹਾਡੇ ਚੈਨਲ ਨੂੰ ਵਾਹਵਾ ਲੋਕੀ ਸੁਣਦੇ ਨੇ, ਫਿਰ ਵੀ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਆਵੇ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਲਿਓ, ਆਪਾਂ ਫਿਰ ਵੀ ਅਗਲਿਆਂ ਦਾ ਜਵਾਬ ਦੇਵਾਂਗੇ ਜੇ ਕਿਸੇ ਦੀ ਕੋਈ ਗੱਲ ਆਏ। ਸੋ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ, ਸਤਿ ਸ਼੍ਰੀ ਅਕਾਲ।